ਗੁਰਪ੍ਰੀਤ ਸਿੰਘ ਜੀ, ਜਦੋਂ ਅਸੀਂ ਸ਼ੁਰੂਆਤ ਵੀ ਕਰੀਏ ਇਸ ਪ੍ਰੋਗਰਾਮ ਦੇ ਵਿੱਚ ਅਕਸਰ ਸਾਡਾ ਇਹ ਧਿਆਨ ਹੁੰਦਾ ਕਿ ਪੰਜਾਬ ਇਹਨਾਂ ਹਾਲਾਤਾਂ 'ਚ ਪਹੁੰਚਿਆ ਗਿਆ। ਹਰ ਇੱਕ ਸਰਕਾਰ ਨੇ ਪਹਿਲੀ ਗੱਲ ਤੇ ਜਦੋਂ ਅਸੀਂ ਉਹ ਮੁਫਤ ਖੋਰੀ ਦੇ ਵਿੱਚ ਅਸੀਂ ਲਾਤਾ ਨਾ ਆਪਣੇ ਬੰਦਿਆਂ ਨੂੰ, ਦਾਲ ਆਟਾ ਸਕੀਮ ਹੋ ਗਈ, ਮੁਫਤ ਦੀ ਬੱਤੀ ਦੀ ਗੱਲ ਹੋ ਗਈ। 47 ਦੇ ਵਿੱਚ ਸਾਡੇ ਤਕਰੀਬਨ 33% ਬੰਦੇ ਆਰਮੀ ਸੀ ਜੀ। 33% ਮਤਲਬ ਤੁਸੀਂ ਸਮਝੋ ਕਿ ਪਿੰਡ ਦਾ ਤਕਰੀਬਨ ਇੱਕ ਤੀਜਾ ਹਿੱਸਾ ਉਹ ਫੌਜ ਸੀ। ਉਸ ਤੋਂ ਬਾਅਦ ਇਹ ਸਰਕਾਰ ਦੀ ਨੀਤੀ ਕਰਕੇ ਕੋਟਾ ਫਿਕਸ ਕਰਤਾ। ਸੋ ਹੁਣ ਤੁਸੀਂ ਉੱਥੇ ਮੇਰੇ ਖਿਆਲ 3-4% ਹੀ ਰਹਿ ਗਿਆ। ਉਹ ਇਹ ਕਿ ਫਿਰ ਪੰਜਾਬ ਦੀ ਸਰਕਾਰ ਨੂੰ ਸੋਚਣਾ ਚਾਹੀਦਾ ਸੀਗਾ ਉਸ ਟਾਈਮ ਤੇ ਕਿ ਬਈ ਕੀ ਵਜ੍ਹਾ, ਅਗਰ ਦੇਖੋ ਇੰਨੇ ਕੁ ਬੰਦੇ ਹੁਣ ਸਡਨਲੀ ਉਹ ਨੌਕਰੀ ਤੋਂ ਬਗੈਰ ਰਹਿ ਗਏ ਤੇ ਉਹਨਾਂ ਨੂੰ ਆਪਾਂ ਕਿੱਦਾਂ ਗੇਨਫੁਲੀ ਇੰਪਲੋਏ ਕਰਨਾ। ਪਰ ਇਹ ਜਿਹੜੀ ਆਲਸਪਨ ਆ ਗਈ ਨਾ ਸਾਡੇ ਪੰਜਾਬੀਆਂ ਦੇ, ਉਹ ਬਹੁਤ ਮਾੜਾ ਕੰਮ ਹੈ। ਸਹੂਲਤ ਦੇ ਨਾਂ ਤੇ ਆਲਸ ਸਾਡੇ ਪੱਲੇ ਪੈ ਗਿਆ। ਬਿਲਕੁਲ। ਇਲੈਕਟ੍ਰਿਸਿਟੀ ਦੀ ਕਿੰਨੀ ਹੋ ਗਈ ਜੀ, ਮਤਲਬ ਆਈ ਥਿੰਕ 15-16 ਹਜ਼ਾਰ ਕਰੋੜ ਹੈ। PSPCL ਨੂੰ ਤਾਂ ਪੈਸਾ ਜਾਣਾ ਹੀ ਜਾਣਾ ਸਰਕਾਰ ਦੇ ਖਜ਼ਾਨੇ 'ਚ, ਉਹ ਤਾਂ ਜਾਣਾ ਹੀ ਜਾਣਾ। ਦੇਖੋ ਪਿੱਛੇ ਉਜਵਲ ਦੋਸਾਂਝ ਜੀ ਵੀ ਸਾਡੇ ਕੋਲ ਇੱਥੇ ਆਏ ਸੀਗੇ, ਉਹਨਾਂ ਨੇ ਵੀ ਆਹੀ ਗੱਲ ਜ਼ਾਹਿਰ ਕੀਤੀ ਸੀ ਕਿ ਇਹ ਜਿਹੜਾ ਮੁਫ਼ਤਖੋਰੀ ਵਾਲਾ ਜਿਹੜਾ ਕਲਚਰ ਹੈ ਨਾ, ਇਹ ਸਭ ਤੋਂ ਮਾੜਾ ਕਲਚਰ। ਤੇ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਸ਼ੁਰੂ ਹੋਇਆ ਤੇ ਅੱਜ ਵੀ ਚੱਲ ਰਿਹਾ। ਇਹ ਚੱਲ ਰਿਹਾ ਕਿਉਂਕਿ ਹਰ ਇੱਕ ਬੰਦੇ ਨੇ ਨਾ ਸਿਰਫ ਆਪਣੀ ਵੋਟਾਂ ਦੇਖਣੀਆਂ ਹੁੰਦੀਆਂ। ਕੋਈ ਜਿਹੜਾ ਪੈਸਾ ਖਜ਼ਾਨੇ ਚੋਂ PSPCL ਨੂੰ ਜਾ ਰਿਹਾ ਹੈ, ਉਹ ਉੱਥੇ ਨਾਲ ਡਿਵੈਲਪਮੈਂਟ ਹੋ ਸਕਦੀ ਸੀਗੀ। ਤੁਸੀਂ ਹੁਣ ਇਹ ਤਾਂ ਠੀਕ ਹੈ, ਤੁਸੀਂ ਚੀਕਾਂ ਮਾਰਦੇ ਰਹੋ ਕਿ ਜੀ ਹਿਮਾਚਲ ਨੂੰ ਤੁਸੀਂ ਜੀ ਇੰਡਸਟਰੀ ਵਾਲਿਆਂ ਨੇ ਉਹਨਾਂ ਨੂੰ ਇੰਸੈਂਟਿਵ ਦਿੱਤੇ, ਭਾਈ ਤੁਸੀਂ ਵੀ ਦੇ ਦਿਓ। ਐਂਡ ਮੋਰ ਇੰਪੋਰਟੈਂਟਲੀ ਬੰਦੇ ਵੀ ਸਾਡੇ ਜਿਹੜੇ ਨੇ ਸਰਕਾਰੀ ਨੌਕਰੀ, ਉਹ ਭਾਈ ਸਰਕਾਰ ਕੋਲ ਨੌਕਰੀਆਂ ਸਿਰਫ ਜੇ 100 ਵਿੱਚੋਂ ਸਿਰਫ 6 ਜਾਂ 7 ਨੌਕਰੀਆਂ ਹੁੰਦੀਆਂ। ਪਤਾ ਨਹੀਂ ਲੱਖ ਤੋਂ ਵੱਧ ਇੰਜੀਨੀਅਰ ਹਰ ਸਾਲ ਕੱਢਿਆ ਜਾਂਦਾ। ਨੌਕਰੀਆਂ ਹੈਗੀਆਂ 20,000 ਜਾਂ 25,000। ਤੇ ਜਿਹੜੇ ਬੰਦੇ ਨੂੰ ਤੁਸੀਂ ਇੰਜੀਨੀਅਰ ਬਣਾਤਾ, ਉਹ ਤੇ ਕਹਿੰਦਾ ਜੀ ਮੈਨੂੰ ਤਾਂ ਵਾਈਟ ਕਾਲਰ ਜੌਬ ਭੇਜੇ, ਮੈਂ ਤੇ ਆਪਣੇ ਹੱਥ ਨੂੰ ਕਾਲੇ ਕਰਦਾ। ਪਹਿਲਾਂ IT ਦਾ ਦੌਰ ਬੜਾ ਚੱਲਿਆ ਸੀ, ਲੋਕਾਂ ਨੂੰ ਸਮਝ ਆਉਣ ਲੱਗੀ ਸੀ ਵੀ ਹੱਥੀਂ ਕੰਮ ਸਿੱਖ ਲਾਂਗੇ ਚੰਗੇ ਰਹਾਂਗੇ। ਉਸ ਤੋਂ ਬਾਅਦ ਇੰਜੀਨੀਅਰਿੰਗ ਦਾ ਦੌਰ ਇਸ ਤਰੀਕੇ ਨਾਲ ਵੀ ਤੁਸੀਂ ਜ਼ਿਕਰ ਕੀਤਾ ਕਿ ਵਾਈਟ ਕਾਲਰ ਜੌਬ ਦਾ। ਮੈਨੂੰ ਲੱਗਦਾ ਕਿ ਅੱਜ ਕੱਲ੍ਹ ਤਾਂ ਇੱਕ IELTS ਨੂੰ ਡਿਗਰੀ ਮੰਨਿਆ ਜਾ ਰਿਹਾ, ਪਰ ਇੱਥੇ ਸਰਕਾਰੀ ਖਜ਼ਾਨੇ ਨੂੰ ਭਰਨ ਦੇ ਲਈ ਸਰਕਾਰਾਂ ਨਿਰਭਰ ਨੇ ਐਕਸਾਈਜ਼ ਡਿਊਟੀ ਤੇ। ਬਿਲਕੁਲ ਇਹ ਲੱਗਦਾ ਕਿ ਚਿੰਤਾ ਦੀ ਗੱਲ ਹੈ ਕਿ ਐਕਸਾਈਜ਼ ਤੇ ਸ਼ਰਾਬ ਵੇਚ ਕੇ ਉਹ ਕਹਿੰਦੇ ਵੀ ਇਹ ਜਿਹੜਾ ਸ਼ਰਾਬ ਦਾ ਜਿਹੜਾ ਕੰਮ ਹੈ ਪੰਜਾਬ ਤੋਂ ਸ਼ੁਰੂ ਹੋਇਆ ਨਾ, ਤੇ ਇਹਨੇ ਮੇਰੇ ਖਿਆਲ ਇਹਨੇ ਸਭ ਤੋਂ ਵੱਧ ਜਿਹੜਾ ਕਰ ਇਹਦੇ ਵਿੱਚ ਵੀ ਕਲੀਅਰ ਹੈ ਨਾ ਕਿ ਇਹ ਕੁਝ ਸਟੱਡੀਜ਼ ਵੀ ਕਹਿੰਦੀਆਂ ਕਿ ਬੰਦਾ ਪਹਿਲਾਂ ਬੀਅਰ ਪੀਣੀ ਸ਼ੁਰੂ ਕਰਦਾ, ਫਿਰ ਸ਼ਰਾਬ, ਜਦੋਂ ਉਹਦਾ ਨਸ਼ਾ ਹੋਣਾ ਘਟ ਜਾਂਦਾ ਫਿਰ ਉਹ ਹੋਰ ਨਸ਼ੇ ਲੱਭਦਾ। ਬੂਟ ਪਾਲਿਸ਼, ਅਸੀਂ ਬੂਟ ਪਾਲਿਸ਼ ਆਪਣੇ ਸਿਰ ਤੇ ਲਾਇਆ ਹੋਇਆ ਸੀਗਾ। ਜਦੋਂ ਸਾਨੂੰ ਕਿਸੇ ਨੇ ਦੱਸਿਆ ਕਿ ਬੂਟ ਪਾਲਿਸ਼ ਲਾ ਕੇ ਤੁਸੀਂ ਧੁੱਪੇ ਬੈਠੋ ਤੇ ਤੁਹਾਨੂੰ ਨਸ਼ਾ ਆਉਂਦਾ। ਉਹੀ ਜਿਹੜੀ ਕੇਸ ਜਿਹੜੀ ਗੁਰੂ ਸਾਹਿਬ ਦੀ ਤੁਹਾਡੀ ਦੇਣ ਸੀਗੀ ਪਿਆਰ ਦੀ, ਤੁਸੀਂ ਉਹਦੇ ਉੱਤੇ ਬੂਟ ਪਾਲਿਸ਼ ਮਾਰੋ। ਲੱਗਦਾ ਕਿ ਸਮੇਂ-ਸਮੇਂ ਤੇ ਉਹਨਾਂ ਦੇ ਵਿੱਚ ਵੀ ਨਿਗਾਰ ਆਇਆ, ਇਸੇ ਕਰਕੇ ਬੱਚੇ ਲਗਾਤਾਰ ਪਤਤਪੁਣੇ ਵੱਲਾਂ ਜਾ ਰਹੇ ਨੇ, ਕੇਸ ਕਤਲ ਕਰਵਾ ਰਹੇ ਨੇ, ਜਾਂ ਨਵੀਂ ਗਾਇਕੀ ਦਾ ਉਹਨਾਂ ਤੇ ਉਸ ਤਰੀਕੇ ਦਾ ਪ੍ਰਭਾਵ ਹੋ ਰਿਹਾ, ਫਿਲਮਾਂ ਦਾ ਅਸਰ ਹੋ ਰਿਹਾ ਕਿ ਪਿੰਡਾਂ 'ਚ ਤੇ 15-15 12-12 ਗੁਰਦੁਆਰੇ ਵੰਡੀਆਂ ਕਰਦੇ। ਸੋ ਇਹ ਕਾਹਦੀ ਸੀ ਇੱਕ ਬੜੀ ਅਹਿਮ ਗੱਲ ਕਹੀ ਕਿ ਬਿਊਰੋਕਰੈਟ ਜਿਹੜੇ ਹੁੰਦੇ ਅਫਸਰਸ਼ਾਹ ਹੁੰਦੇ ਨੇ, ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਪੋਲੀਟੀਸ਼ੀਅਨਸ ਜਿਹੜੇ, ਚਲੋ ਆਪਾਂ ਇਹ ਵੀ ਮੰਨਦੇ ਕਿ ਨਵੀਂ ਪਾਰਟੀ ਹੈਗੀ, ਉਹਨਾਂ ਨੂੰ ਤਾਂ ਜਮਾਂ ਹੀ ਨਹੀਂ ਪਤਾ ਹੁੰਦਾ ਕਿ ਸਰਕਾਰ ਕਿਵੇਂ ਚੱਲਦੀ ਹੈ, ਸਟੇਟ ਕਿਵੇਂ ਚੱਲਦੀ ਹੈ। ਕਲੈਸ਼ ਹੋ ਗਿਆ ਹੋਣਾ ਬਿਟਵੀਨ ਪੋਲਿਟਿਕਸ ਐਂਡ ਕਿ ਵੀ ਅਸੀਂ ਇੱਥੇ ਕੀ ਕਰ ਸਕਦੇ ਹਾਂ, ਕਿ ਵੀ ਅੱਛਾ ਇਹ ਕਰਾਂਗੇ ਤੇ ਇਹਦੇ ਵਿੱਚ ਸਾਡੀ ਵੋਟਾਂ ਘੱਟ ਗਿਆ, ਫਿਰ ਉਹ ਰਹਿ ਗਿਆ। ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਓਨਲੀ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਅਫਸਰਸ਼ਾਹ ਲੈ ਕੇ ਹਾਜ਼ਰ ਹਾਂ। ਦੋਸਤੋ, ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਅਕਸਰ ਝਾਤ ਮਾਰਨ ਦੀ ਕੋਸ਼ਿਸ਼ ਕਰੀਦੀ ਹੈ ਕਿ ਪੰਜਾਬ ਦੇ ਵਿੱਚ ਅਜਿਹੇ ਹਾਲਾਤ ਕਿਉਂ ਬਣ ਗਏ ਕਿ ਇੱਥੇ ਦੀ ਨੌਜਵਾਨ ਪੀੜ੍ਹੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਇਸ ਮੁਲਕ ਚੋਂ ਨਿਕਲ ਕੇ ਕਿਸੇ ਹੋਰ ਥਾਂ ਤੇ ਆਪਣਾ ਰਹਿਣ ਬਸੇਰਾ ਦੇਖਿਆ ਜਾਵੇ, ਆਪਣੇ ਕੰਮਕਾਰ ਜਿਹੜਾ ਆ ਉਹ ਦੇਖਿਆ ਜਾਵੇ। ਬਹੁਤ ਸਾਰੀਆਂ ਚੀਜ਼ਾਂ ਅਸੀਂ ਲਗਾਤਾਰ ਖੰਗਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਕੀ ਸਮੇਂ-ਸਮੇਂ ਤੇ ਕਿਹੜੇ ਇੱਦਾਂ ਦੇ ਫੈਸਲੇ ਹੋਏ ਜਿਹੜੇ ਪੰਜਾਬ ਦੇ ਵਿਰੁੱਧ ਚੱਲ ਗਏ। ਪੰਜਾਬ ਦੇ ਵਿੱਚ ਨਸ਼ੇ ਦੀ ਇਸ ਵੇਲੇ ਕਿੱਡੀ ਵੱਡੀ ਸਮੱਸਿਆ ਹੈਗੀ ਹੈ, ਪੰਜਾਬ ਦੇ ਵਿੱਚ ਇਸ ਵਕਤ ਬੇਰੁਜ਼ਗਾਰੀ ਦੀ ਕਿੱਡੀ ਵੱਡੀ ਸਮੱਸਿਆ ਹੈਗੀ ਹੈ, ਪੰਜਾਬ ਦੇ ਵਿੱਚ ਇੰਡਸਟਰੀ ਉਸ ਤਰੀਕੇ ਨਾਲ ਨਹੀਂ ਆ ਰਹੀ ਜਿਸ ਤਰੀਕੇ ਨਾਲ ਆਉਣੀ ਚਾਹੀਦੀ ਸੀ, ਪੰਜਾਬ ਦੇ ਵਿੱਚ ਜਿਹੜੀ ਖੇਤੀਬਾੜੀ ਹੈ
ਉਹ ਵੀ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ ਤੇ ਪੰਜਾਬ ਦਾ ਆਧਾਰ ਸਿੱਖੀ ਉਹਨੂੰ ਲੈ ਕੇ ਵੀ ਬਹੁਤ ਸਾਰੇ ਸ਼ੰਕੇ, ਬਹੁਤ ਸਾਰੇ ਸਵਾਲ ਜਿਹੜੇ ਨੇ ਇਸ ਵਕਤ ਲੋਕਾਂ ਦੇ ਮਨਾਂ ਦੇ ਵਿੱਚ ਹੈਗੇ ਨੇ। ਆਖਰਕਾਰ ਇਦਾਂ ਦਾ ਮਾਹੌਲ ਕਿਉਂ ਹੋ ਰਿਹਾ ਹੈਗਾ? ਤਾਂ तमाम ਮਸਲੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਿੱਖ ਵਿਦਵਾਨ ਗੁਰਪ੍ਰੀਤ ਸਿੰਘ ਜੀ ਨੇ। ਗੱਲਬਾਤ ਕਰਕੇ ਸਮਝਾਂਗੇ ਉਹਨਾਂ ਦੇ ਨਾਲ, ਕਿਉਂਕਿ ਵੱਖ-ਵੱਖ ਸਮੇਂ ਤੇ ਪੰਜਾਬ ਦੇ ਵੱਖ-ਵੱਖ ਮਸਲਿਆਂ ਤੇ ਨਜ਼ਰ ਰੱਖਦੇ ਰਹਿੰਦੇ ਨੇ। ਅੱਜ ਪੰਜਾਬ ਇਹਨਾਂ ਹਾਲਾਤਾਂ 'ਚ ਕਿਉਂ ਪਹੁੰਚਾ, ਇਸ ਬਾਬਤ ਵੀ ਗੱਲਬਾਤ ਕਰਕੇ ਸਮਝਣਾ ਹੈ। ਸਰ, ਬਹੁਤ-ਬਹੁਤ ਸਵਾਗਤ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਪ੍ਰੀਤ ਸਿੰਘ ਜੀ, ਜਦੋਂ ਅਸੀਂ ਸ਼ੁਰੂਆਤ ਹੀ ਕਰੀਏ ਇਸ ਪ੍ਰੋਗਰਾਮ ਦੇ ਵਿੱਚ, ਅਕਸਰ ਸਾਡਾ ਇਹ ਧਿਆਨ ਹੁੰਦਾ ਕਿ ਪੰਜਾਬ ਇਹਨਾਂ ਹਾਲਾਤਾਂ 'ਚ ਪਹੁੰਚਾ ਕਿਉਂ। ਜੇ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ, ਤੁਸੀਂ ਆਪਣਾ ਲੰਮਾ ਤਜਰਬਾ ਰੱਖਦੇ ਹੋ, ਪੰਜਾਬ ਦਾ ਨੌਜਵਾਨ ਲਗਾਤਾਰ ਵਿਦੇਸ਼ਾਂ ਦਾ ਰੁਖ ਕਰ ਰਿਹਾ ਹੈਗਾ, ਕੀ ਕਾਰਨ ਕੀ ਲੱਗਦੇ ਨੇ ਕਿ ਇਦਾਂ ਦੇ ਹਾਲਾਤ ਕਿਉਂ ਬਣ ਗਏ? ਦੇਖੋ ਜੀ, ਗੱਲ ਇੱਦਾਂ ਹੈ ਕਿ ਇਹਦੇ ਵਿੱਚ ਮੇਨ ਕਾਰਨ ਤੇ ਹੈਗਾ ਕਿ ਇਹ ਆਲ ਓਵਰ ਸਡਨ ਨਹੀਂ ਹੋਇਆ, ਨਹੀਂ, ਠੀਕ ਹੈ ਨਾ। ਹਰ ਇੱਕ ਸਰਕਾਰ ਨੇ ਆਪਣੀਆਂ ਦੋ ਤਿੰਨ ਚਾਰ ਵਜ੍ਹਾ ਕਰਕੇ ਹੋਇਆ ਹੈ ਜੀ। ਹਰ ਇੱਕ ਸਰਕਾਰ ਨੇ, ਪਹਿਲੀ ਗੱਲ ਤੇ ਜਦੋਂ ਅਸੀਂ ਉਹ ਮੁਫਤ ਖੋਰੀ ਦੇ ਵਿੱਚ ਅਸੀਂ ਲਾਤਾ ਨਾ ਆਪਣੇ ਬੰਦਿਆਂ ਨੂੰ, ਦਾਲ ਆਟਾ ਸਕੀਮ ਹੋ ਗਈ, ਮੁਫਤ ਦੀ ਬੱਤੀ ਦੀ ਗੱਲ ਹੋ ਗਈ, ਤੇ ਜਿਹੜੀ ਕਿਸਾਨੀ ਵੱਲ ਜਿਹੜੇ, ਕਿਉਂਕਿ ਦੇਖੋ ਪੰਜਾਬ ਦੀ ਇਕਨੋਮੀ ਜਿਹੜੀ ਹੈ ਨਾ ਉਹ ਐਗਰੀਕਲਚਰ ਬੇਸਡ ਹੈ। ਬਿਲਕੁਲ। ਉੱਥੇ ਜਿਹੜੇ ਬੱਚੇ ਸਾਡੇ ਕੰਮ ਕਰਦੇ ਸੀਗੇ, ਆਪਣੇ ਮਾਪਿਆਂ ਨਾਲ ਹੱਥ ਵਟਾਉਂਦੇ ਸੀਗੇ, ਲੱਗੇ ਰਹਿੰਦੇ ਸੀਗੇ, ਚਲੋ ਆਪਣੇ ਆਪਣੇ ਸਕੂਲ ਵੀ ਚਲੇ ਜਾਣਾ, ਕਾਲਜ ਵੀ ਚਲੇ ਜਾਣਾ, ਬਟ ਫਿਰ ਆ ਕੇ ਖੇਤੀ ਕਰਨੀ, ਭੱਠਿਆਂ ਦੇ ਪਸ਼ੂਆਂ ਨੂੰ ਭੱਠੇ ਚਰਾ ਕੇ ਪਾਉਣੇ, ਸਾਰਾ ਕੁਝ ਕਰਨਾ, ਉਹ ਸਾਰਾ ਕੰਮ ਇਹ ਕਰਦੇ ਸੀਗੇ। ਹੁਣ ਕੀ ਹੈ ਕਿ ਵੀ ਹੁਣ ਇਹਨਾਂ ਨੇ, ਚਲੋ ਮੈਂ ਕਹਿੰਦਾ, ਚਲੋ ਵਿਦ ਗ੍ਰੀਨ ਰੈਵੋਲੂਸ਼ਨ 4 ਪੈਸੇ ਆ ਗਏ, ਚਲੋ ਉਹਨਾਂ ਨੇ ਭਈਏ ਇੰਪਲੋਏ ਕਰਨੇ ਸ਼ੁਰੂ ਕਰਤੇ। ਸੋ ਉੱਥੇ ਇੱਕ ਰੋਜ਼ਗਾਰ, ਉੱਥੇ ਇੱਕ ਇਹਨਾਂ ਦਾ ਜਿਹੜਾ ਸਾਧਨ ਸੀਗਾ ਕੰਮ ਕਰਨ ਦਾ, ਉਹ ਜਾਂਦਾ ਰਿਹਾ, ਖੁੱਸ ਗਿਆ ਇਹਨਾਂ ਤੋਂ। ਬਿਲਕੁਲ। ਦੂਜੀ ਗੱਲ ਸੀਗੀ ਕਿ 47 ਦੇ ਵਿੱਚ ਸਾਡੇ ਤਕਰੀਬਨ 33% ਬੰਦੇ ਆਰਮੀ 'ਚ ਸੀਗੇ ਜੀ। 33%, ਮਤਲਬ ਤੁਸੀਂ ਸਮਝੋ ਕਿ ਪਿੰਡ ਦਾ ਤਕਰੀਬਨ ਇੱਕ ਤੀਜਾ ਹਿੱਸਾ ਉਹ ਫੌਜ 'ਚ ਸੀ। ਉਸ ਤੋਂ ਬਾਅਦ ਇਹ ਸਰਕਾਰ ਦੀ ਨੀਤੀ ਕਰਕੇ ਕੋਟਾ ਫਿਕਸ ਕਰਤਾ। ਸੋ ਹੁਣ ਉੱਥੇ ਮੇਰੇ ਖਿਆਲ 3-4% ਹੀ ਰਹਿ ਗਿਆ, ਅਗਰ ਇੰਨਾ ਕੀ ਹੈ, ਜਾਂ ਇਹ ਤੋਂ ਵੀ ਘਟ ਗਿਆ, ਇੰਨਾ ਕੀ ਰਹਿ ਗਿਆ। ਸੋ ਉਹਨੇ ਇੱਕ ਬੰਦੇ ਦੇਖੋ ਹੁਣ ਬੇਰੁਜ਼ਗਾਰ ਹੋ ਗਏ, ਜਿਹੜੇ ਕਿ ਪਹਿਲਾਂ ਫੌਜ ਵਿੱਚ ਹੁੰਦੇ ਸੀਗੇ। ਤੇ ਉਹ ਤੇ ਫਿਰ ਪੰਜਾਬ ਦੀ ਸਰਕਾਰ ਨੂੰ ਸੋਚਣਾ ਚਾਹੀਦਾ ਸੀਗਾ ਉਸ ਟਾਈਮ ਦੀ ਕਿ ਬਈ ਕੀ ਵਜ੍ਹਾ, ਅਗਰ ਦੇਖੋ ਇੰਨੇ ਇੱਕ ਬੰਦੇ ਹੁਣ ਸਡਨਲੀ ਉਹ ਨੌਕਰੀ ਦੇ ਬਗੈਰ ਰਹਿ ਗਏ, ਤੇ ਉਹਨਾਂ ਨੂੰ ਆਪਾਂ ਕਿੱਦਾਂ ਗੇਨਫੁਲੀ ਇੰਪਲੋਏ ਕਰਨਾ ਸੀਗਾ ਜੀ। ਸੋ ਇਹਦੇ ਵਿੱਚ ਸਰਕਾਰ ਦਾ ਜਿਹੜਾ ਰੋਲ ਸੀਗਾ, ਉਹ ਮੈਂ ਸਮਝਦਾ ਕਿ ਉਹ ਥੋੜਾ ਜਿਹਾ ਇੰਨਾ ਸੰਜੀਦਗੀ ਨਾਲ ਉਹਨਾਂ ਨੇ ਨਹੀਂ ਲਿੱਤਾ। ਉਹਨਾਂ ਨੇ ਕਿਹਾ ਕਿ ਵੀ ਚਲੋ ਦੇਖ ਲਾਂਗੇ, ਦੇਖੀ ਜਾਊਗੀ, ਕਿ ਵੀ ਉਹ ਸਮਝਦੇ ਸੀਗੇ ਠੀਕ ਹੈ। ਇਹ ਵੀ ਗੱਲ ਜ਼ਰੂਰ ਹੈ ਕਿ ਵੀ ਸਾਡੀ ਜਿਹੜੀ ਇੰਡਸਟਰੀ ਹੈ, ਕਦੀ ਕੋਈ ਵੱਡੀ ਇੰਡਸਟਰੀ ਨਹੀਂ ਆਈ। ਬਿਲਕੁਲ। ਜਿਹਦੇ ਵਿੱਚ ਹਜ਼ਾਰਾਂ ਦੇ, ਐਟਲੀਸਟ ਸੈਂਕੜਾਂ ਦੇ ਤੌਰ ਤੇ ਨਾ ਬੰਦੇ ਕੋਈ ਇੰਪਲੋਏ ਹੋ ਸਕਣ। ਸੋ ਉਹ ਵੱਡੀ ਇੰਡਸਟਰੀ ਨਹੀਂ ਆਈ। ਜਿਹੜੀਆਂ ਛੋਟੀਆਂ ਮੋਟੀਆਂ ਸਮਾਲ ਸਕੇਲ ਤੇ ਮੀਡੀਅਮ ਸਕੇਲ ਵੀ ਬੜੀ ਘੱਟ ਹੀ ਨੇ। ਸਮਾਲ ਸਕੇਲ ਇੰਡਸਟਰੀ ਜਿਹੜਾ ਸੀਗਾ ਉਹ ਇਸ ਕਰਕੇ ਆਈਆਂ ਕਿਉਂਕਿ ਐਂਟਰਪ੍ਰੈਨਿਓਰ ਸਪਿਰਿਟ ਬੰਦਿਆਂ ਦਾ ਸੀਗਾ। ਪਰ ਇਹ ਜਿਹੜੀ ਆਲਸਪਨ ਆ ਗਈ ਨਾ ਸਾਡੇ ਪੰਜਾਬੀਆਂ ਦੇ ਵਿੱਚ, ਉਹ ਇੱਕ ਬਹੁਤ ਮਾੜਾ ਕੰਮ ਹੋਇਆ ਜੀ। ਕਿਉਂਕਿ ਫਰੀਬੀਜ਼ ਆਉਣ ਦੇ ਨਾਲ ਨਾ, ਇਹਦਾ ਨਾਲ ਕੀ ਹੋਇਆ ਕਿ ਚਲੋ ਪਹਿਲਾਂ ਤੇ ਤੁਸੀਂ ਨਹਿਰ ਤੋਂ ਤੁਸੀਂ ਪਾਣੀ ਵੀ ਲੈਂਦੇ ਸੀਗੇ, ਨਹਿਰੀ ਪਾਣੀ ਆਉਂਦਾ ਸੀਗਾ, ਨੱਕਾ ਮੋੜਨ ਜਾਣਾ, ਟਾਈਮ ਦੇ ਨਾਲ ਸਾਰਾ ਕੁਝ ਕਰਨਾ। ਹੁਣ ਕਿਉਂਕਿ ਬੱਤੀ ਮੁਫਤ ਹੈ, ਉਹਨਾਂ ਨੇ ਆਟੋਮੈਟਿਕ ਮੋਟਰਾਂ ਨੇ, ਜਦੋਂ ਵੀ ਬੱਤੀ ਆ ਜਾਣੀ ਉਹ ਮੋਟਰ ਨੇ ਆਪ ਚੱਲ ਪੈਣਾ, ਆਟੋ ਕੱਟ ਹੋ ਜਾਣਾ, ਸਾਰਾ ਕੁਝ। ਉਹਦੇ ਵਿੱਚ ਇਹਨਾਂ ਨਾਲ ਜਿਹੜਾ ਉਹ ਵੀ ਇੱਕ, ਮਤਲਬ ਤੁਸੀਂ ਕਹਿੰਦੇ ਹੋ, ਇੱਕ ਤੁਹਾਨੂੰ ਨਾ ਇੱਕ ਮੈਂਟਲੀ ਤੁਹਾਨੂੰ ਇੱਕ ਜੌਬ ਵੱਲ ਤੋੜ ਕੇ ਲੈ ਜਾਂਦੀ ਹੈ ਚੀਜ਼, ਕਿ ਵੀ ਇਹ ਮੇਰੀ ਜ਼ਿੰਮੇਵਾਰੀ ਹੈ, ਮੈਂ ਜਾ ਕੇ ਕੰਮ ਕਰਨਾ। ਸਹੂਲਤ ਦੇ ਨਾਂ ਤੇ ਆਲਸ ਸਾਡੇ ਪੱਲੇ ਪੈ ਗਿਆ। ਬਿਲਕੁਲ। ਸਹੂਲਤ ਕਾਦੀ ਸਹੂਲਤ, ਮੈਂ ਤਾਂ ਕਹਿੰਦਾ ਮੁਫਤਖੋਰੀ ਜਿਹੜੀ ਹੈ ਜੀ, ਮਸ਼ੀਨਰੀ ਆ ਗਈ ਨਵੀਂ, ਇਹਨੇ ਸਰਕਾਰ ਨੂੰ ਕੀ ਕੀਤਾ ਹੈ ਕਿ ਵੀ ਇੱਕ ਤਾਂ ਤੁਸੀਂ ਬੱਤੀ ਮੁਫਤ ਦੇ ਰਹੇ ਹੋ, ਕੋਈ ਤਾਂ ਉਹਦੀ ਪੇ ਕਰਾਂ ਤੁਸੀਂ। ਹੁਣ ਅੱਜ ਦੀ ਡੇਟ ਵਿੱਚ ਤੁਸੀਂ ਦੇਖ ਲਓ ਸਾਡੀ ਸਬਸਿਡੀ ਇਲੈਕਟ੍ਰਿਸਿਟੀ ਦੀ ਕਿੰਨੀ ਹੋ ਗਈ ਹੈ ਜੀ, ਮਤਲਬ ਆਈ ਥਿੰਕ 15-16 ਹਜ਼ਾਰ ਕਰੋੜ ਰੁਪਏ। ਪੀਐਸਪੀਸੀਐਲ ਨੂੰ ਤਾਂ ਪੈਸਾ ਜਾਣਾ ਹੀ ਜਾਣਾ ਹੈ, ਸਰਕਾਰ ਦੇ ਖਜ਼ਾਨੇ 'ਚ ਜਾਂਦਾ, ਉਹ ਤਾਂ ਜਾਣਾ ਹੀ ਜਾਣਾ ਹੈ। ਸੋ ਉਸ ਕਰਕੇ ਤੁਹਾਡੀ ਜਿਹੜੀ ਡਿਵੈਲਪਮੈਂਟ ਸੀਗੀ ਜੀ, ਉਹ ਤੁਹਾਡੀ ਹੋ ਨਹੀਂ ਸਕੀ। ਤੁਸੀਂ ਉਸ ਪਾਸੇ ਸਬਸਿਡੀ ਵਾਲੇ ਪਾਸੇ ਤੁਰ ਪਏ, ਫਰੀਬੀਜ਼ ਵਾਲੇ ਪਾਸੇ ਤੁਰ ਪਏ। ਦੇਖੋ ਪਿੱਛੇ ਉਜਵਲ ਦੋਸਾਂਝ ਜੀ ਵੀ ਸਾਡੇ ਕੋਲ ਇੱਥੇ ਆਏ ਸੀਗੇ, ਉਹਨਾਂ ਨੇ ਵੀ ਆਹੀ ਗੱਲ ਜ਼ਾਹਿਰ ਕੀਤੀ ਸੀਗੀ ਕਿ ਇਹ ਜਿਹੜਾ ਮੁਫਤਖੋਰੀ ਵਾਲਾ ਜਿਹੜਾ ਕਲਚਰ ਹੈ ਨਾ, ਇਹ ਸਭ ਤੋਂ ਮਾੜਾ ਕਲਚਰ ਹੈ। ਇਹ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਸ਼ੁਰੂ ਹੋਇਆ ਤੇ ਅੱਜ ਵੀ ਚੱਲ ਰਿਹਾ, ਇਹ ਚੱਲ ਰਿਹਾ, ਕਿਉਂਕਿ ਹਰ ਇੱਕ ਬੰਦੇ ਨੇ ਨਾ ਸਿਰਫ ਆਪਣੀ ਵੋਟਾਂ ਦੇਖਣੀਆਂ ਹੁੰਦੀਆਂ ਨੇ। ਹੁਣ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਵੀ ਆਪਾਂ ਇਸ ਮੁਫਤਖੋਰੀ ਨੂੰ ਆਪਾਂ ਬੰਦ ਕਰੀਏ, ਉਹਨੂੰ ਪਤਾ ਕਿ ਵੀ ਅਗਲੇ ਟਾਈਮ ਮੈਨੂੰ ਵੋਟ ਨਹੀਂ। ਬਟ
ਇਹ ਨਹੀਂ ਸੋਚਦਾ ਕਿ ਵੀ ਇਹਨੂੰ ਬੰਦ ਕਰਨ ਨਾਲ ਅਗਲਾ ਫਾਇਦਾ ਕੀ ਹੋ ਸਕਦਾ ਹੈ। ਤੁਸੀਂ ਇਨਵੈਸਟਮੈਂਟ ਦੇ ਵਾਲੇ ਪਾਸੇ ਤੁਸੀਂ ਇੱਥੇ ਹੋਰ ਵੀ ਸਹੂਲਤਾਂ ਮਤਲਬ ਦੇ ਸਕਦੇ ਹੋ। ਕੋਈ ਜਿਹੜਾ ਪੈਸਾ ਖਜ਼ਾਨੇ ਚੋਂ ਪੀਐਸਪੀਸੀਐਲ ਨੂੰ ਜਾ ਰਿਹਾ ਹੈ ਉਸੇ ਨਾਲ ਡਿਵੈਲਪਮੈਂਟ ਹੋ ਸਕਦੀ ਸੀ, ਨਵੀਂ ਇੰਡਸਟਰੀ ਆ ਸਕਦੀ ਸੀਗੀ। ਤੁਸੀਂ ਹੁਣ ਇਹ ਤਾਂ ਠੀਕ ਹੈ, ਤੁਸੀਂ ਚੀਕਾਂ ਮਾਰਦੇ ਰਹੋ ਕਿ ਜੀ ਹਿਮਾਚਲ ਨੂੰ ਤੁਸੀਂ ਜੀ ਇੰਡਸਟਰੀ ਵਾਲਿਆਂ ਨੇ ਉਹਨਾਂ ਨੂੰ ਇਨਸੈਂਟਿਵ ਦਿੱਤੇ, ਬਈ ਤੁਸੀਂ ਵੀ ਦੇ ਦਿਓ, ਤੁਸੀਂ ਦੇ ਦਿੰਦੇ ਇਨਸੈਂਟਿਵ ਉਹੀ ਪੈਸਿਆਂ ਨਾਲ, ਤੁਸੀਂ ਇੱਥੇ ਇੰਡਸਟਰੀ ਨੂੰ ਅਟਰੈਕਟ ਕਰਦੇ ਤਾਂ ਕਿ ਉਹ ਇੱਥੇ ਆਏ। ਕਹਿਣ ਨੂੰ ਤੇ ਸਾਡੇ ਇਹ ਅਫਸਰ ਵੀ ਜਿਹੜੇ ਨੇ ਕਾਫੀਆਂ ਵੱਡੀਆਂ ਇਨਵੈਸਟ ਪੰਜਾਬ ਦੇ ਕਦੋਂ ਦਾ ਦੌਰ ਚੱਲੀ ਹੋਈ ਹੈ ਕਿ ਜੀ ਇਨਵੈਸਟ ਪੰਜਾਬ ਦੇਖੋ ਜੀ ਹੁਣ ਸਾਡੇ ਕੋਲ ਇੰਨੇ 1000 ਕਰੋੜ ਰੁਪਏ ਦੀ ਇਨਵੈਸਟਮੈਂਟ ਆ ਗਈ, ਉਹ ਕਿੱਥੇ ਨੇ ਜੀ? ਉਹ ਕਿੱਥੇ ਇਨਵੈਸਟਮੈਂਟਸ ਆਈਆਂ ਨੇ? ਤੇ ਅਗਰ ਉਹ ਆਈਆਂ ਨੇ ਐਂਡ ਮੋਰ ਇੰਪੋਰਟੈਂਟਲੀ ਬੰਦੇ ਵੀ ਸਾਡੇ ਜਿਹੜੇ ਨੇ ਸਰਕਾਰੀ ਨੌਕਰੀ, ਉਹ ਭਾਈ ਸਰਕਾਰ ਕੋਲ ਨੌਕਰੀਆਂ ਸਿਰਫ ਜੇ 100 ਵਿੱਚੋਂ ਸਿਰਫ 6 ਜਾਂ 7 ਨੌਕਰੀਆਂ ਹੁੰਦੀਆਂ ਨੇ ਜੀ, ਬਾਕੀ ਤੇ ਸਰਕਾਰ ਨੂੰ ਸਹੂਲਤ ਦੇਣੀ ਹੁੰਦੀ ਹੈ ਤਾਂ ਕਿ ਉਹ ਇੰਡਸਟਰੀ ਨੂੰ ਅਟਰੈਕਟ ਕਰੇ। ਸਰਵਿਸ ਸੈਕਟਰ ਅਗਰ ਅੱਜ ਸਮਝੋ ਪ੍ਰਚਲਿਤ ਹੈਗਾ, ਸਰਵਿਸ ਸੈਕਟਰ ਵਾਲਿਆਂ ਨੂੰ ਅਟਰੈਕਟ ਕਰੇ, ਉਹਨਾਂ ਨੂੰ ਉਹ ਜੀ ਸਹੂਲਤਾਂ ਦੇਣ ਤਾਂ ਕਿ ਇੱਥੇ ਆਓ। ਦੂਜੀ ਤੀਜੀ ਗੱਲ ਹੈਗੀ ਕਿ ਸਾਡੇ ਬੱਚੇ ਜਿਹੜੇ ਨੇ ਜੀ ਪੜ੍ਹਾਈ ਕਰਨ ਨੂੰ ਅਸੀਂ ਪੂਰਾ ਜ਼ੋਰ ਨਹੀਂ ਦੇ ਰਹੇ। ਮੈਂ ਤੁਹਾਨੂੰ ਦੱਸਾਂ, ਮੇਰੇ ਫਾਦਰ ਸਾਹਿਬ ਪਹਿਲੇ ਵੀਸੀ ਸੀਗੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਜੀ, ਠੀਕ ਹੈ ਨਾ, ਫਾਊਂਡਰ ਵੀਸੀ ਸੀਗੇ। ਉਹਨਾਂ ਦਾ ਮਕਸਦ ਇਹ ਸੀਗਾ ਕਿ ਵੀ ਸਾਨੂੰ ਨਾ ਇਹ ਜਿਹੜੀਆਂ ਆਪਾਂ ਕੋਰਸਿਸ ਵੀ ਕਰੇ ਹੋਏ ਨੇ ਨਾ, ਹੁਣ ਸਾਨੂੰ ਇੰਜੀਨੀਅਰ ਤੁਸੀਂ ਕੱਢੀ ਚੱਲੋ। ਹੁਣ ਇੰਡੀਆ ਦੇ ਵਿੱਚ ਮੇਰੇ ਖਿਆਲ ਪਤਾ ਨਹੀਂ ਲੱਖ ਤੋਂ ਵੱਧ ਇੰਜੀਨੀਅਰ ਹਰ ਸਾਲ ਕੱਢਿਆ ਜਾਂਦਾ ਹੈ, ਨੌਕਰੀਆਂ ਹੈਗੀਆਂ 20,000 ਜਾਂ 25,000 ਲਈ। ਤੇ ਜਿਹੜੇ ਬੰਦੇ ਨੂੰ ਤੁਸੀਂ ਇੰਜੀਨੀਅਰ ਬਣਾਤਾ ਨਾ, ਉਹ ਤੇ ਕਹਿੰਦਾ ਜੀ ਮੈਨੂੰ ਤਾਂ ਵਾਈਟ ਕਾਲਰ ਜੌਬ ਚਾਹੀਦੀ ਹੈ, ਮੈਂ ਤੇ ਆਪਣੇ ਹੱਥ ਨਹੀਂ ਕਾਲੇ ਕਰ। ਬਿਲਕੁਲ। ਸੋ ਉਹਨਾਂ ਦਾ ਇਹ ਸੀਗਾ ਕਿ ਵੀ ਤੁਸੀਂ ITI ਨੂੰ, ਤੁਸੀਂ ਡਿਪਲੋਮਾ ਨੂੰ ਜ਼ਿਆਦਾ ਅਹਿਮੀਅਤ ਦਿਓ, ITI ਜ਼ਿਆਦਾ ਖੜੇ ਕਰੋ ਤਾਂ ਕਿ ਲੋਕਾਂ ਨੂੰ ਆਪਣੇ ਹੱਥ ਨਾਲ ਕਰਨ ਦੀ ਆਦਤ ਪੈ ਜਾਏ। ਕਿਉਂਕਿ ਉਹ ਜਿਹੜਾ ਬੰਦਾ ਹੱਥ ਨਾਲ ਕੰਮ ਕਰੇਗਾ ਨਾ, ਉਹ ਫਿਰ ਜਿੱਥੇ ਵੀ ਜਾ ਕੇ ਉਹ ਕੰਮ ਕਰ ਸਕਦਾ। ਉਹ ਤੇ ਹੋ ਗਿਆ, ਚਲੋ ਆਪਾਂ ਕਹਿ ਦਈਏ ਇੰਡਸਟਰੀ ਦੇ ਬਤੌਰ ਦੇ ਉੱਤੇ। ਇਹ ਵੀ ਦੌਰ ਰਿਹਾ ਨਾ ਕਿ ਪਹਿਲਾਂ IT ਦਾ ਦੌਰ ਬੜਾ ਚੱਲਿਆ ਸੀ, ਲੋਕਾਂ ਨੂੰ ਸਮਝ ਆਉਣ ਲੱਗੀ ਸੀ ਵੀ ਹੱਥੀਂ ਕੰਮ ਸਿੱਖ ਲਾਂਗੇ ਚੰਗੇ ਰਵਾਂਗੇ। ਉਸ ਤੋਂ ਬਾਅਦ ਇੰਜੀਨੀਅਰਿੰਗ ਦਾ ਦੌਰ ਇਸ ਤਰੀਕੇ ਨਾਲ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਵਾਈਟ ਕਾਲਰ ਜੌਬ ਦਾ, ਮੈਨੂੰ ਲੱਗਦਾ ਕਿ ਅੱਜ ਕੱਲ੍ਹ ਤਾਂ ਇੱਕ IELTS ਨੂੰ ਡਿਗਰੀ ਮੰਨਿਆ ਜਾ ਰਿਹਾ ਵੀ IELTS ਕਰਕੇ ਤਾਂ ਅਸੀਂ ਬਾਹਰ ਹੀ ਜਾਣਾ। ਬਟ ਉੱਥੇ ਫਿਰ ਉਹੀ ਗੱਲ ਹੈਗੀ, ਤੇ ਬਾਹਰ ਜਾ ਕੇ ਕੀ ਕਰਨਾ? ਹੁਣ ਤੁਸੀਂ ਸ਼ਾਇਦ ਸਾਡੇ ਉੱਥੇ ਦੋਸਤ ਨੇ ਕੈਨੇਡਾ ਦੇ ਵਿੱਚ, ਉਹਨਾਂ ਦੀ ਇੱਕ ਵੀਡੀਓ, ਉਹਨਾਂ ਦੀ ਇੱਕ ਕਾਫੀ ਪ੍ਰਚਲਿਤ ਮਤਲਬ ਕਾਫੀ YouTube ਦੇ ਵਿੱਚ ਹੈਗੀ, ਸਰ ਗਿਆਨ ਸਿੰਘ ਸੰਧੂ, ਉਹਨਾਂ ਨੇ ਗੱਲ ਕੀਤੀ ਹੈ ਕਿ ਜਿਹੜੇ ਸਾਡੇ ਬੱਚੇ ਉੱਥੇ ਜਾ ਰਹੇ ਨੇ, ਸਾਡੇ ਨਾਲ ਵੀ ਗੱਲ ਕਰਦੇ ਰਹਿੰਦੇ ਨੇ, ਸਾਡੇ ਬੱਚੇ ਉੱਥੇ ਜਾ ਕੇ ਕਰ ਕੀ ਰਹੇ ਨੇ? ਇੱਥੋਂ ਵਿਚਾਰਾ ਜਿਹੜਾ ਉਹਨਾਂ ਦੇ ਘਰ ਦੇ ਜਿਹੜੇ ਨੇ, ਉਹਨਾਂ ਨੇ ਉਹਨਾਂ ਨੂੰ 20, 25, 26 ਲੱਖ ਰੁਪਏ ਕਰਕੇ ਉਹਨਾਂ ਨੂੰ ਬਾਲ ਕਰ ਦਿੰਦੇ ਨੇ, ਠੀਕ ਹੈ ਨਾ, ਉਹ ਉੱਥੇ ਚਲੇ ਗਏ। ਉਸ ਤੋਂ ਬਾਅਦ ਉਹਨਾਂ ਨੂੰ ਕੋਈ ਬੈਕ ਤੋਂ ਕੋਈ ਸਪੋਰਟ ਨਹੀਂ ਹੈ। ਸੋ ਜਿਹੜਾ ਬੱਚਾ ਉੱਥੇ ਪਹੁੰਚ ਗਿਆ, ਉਹ ਤੇ ਘਰ ਤੋਂ ਉਹ ਘਰ ਵਾਲਾ ਕਹਿ ਦਿੰਦਾ ਹੁਣ ਕਿ ਬਈ ਹੁਣ ਮੈਂ ਤੈਨੂੰ ਉੱਥੇ ਤੱਕ ਪਹੁੰਚਾਤਾ, ਹੁਣ ਅਗਾਂਹ ਦਾ ਕੰਮ ਤੂੰ ਆਪ ਹੀ ਸੰਭਾਲਣਾ। ਬਿਲਕੁਲ। ਤੂੰ ਪੜ੍ਹਾਈ ਵੀ ਕਰਨੀ ਹੈ ਤੂੰ। ਸੋ ਉਹ ਫਿਰ ਨੌਕਰੀਆਂ ਤੇ ਲੱਗ ਜਾਂਦੇ, ਉਹ ਪੜ੍ਹਨ ਨਹੀਂ ਜਾ ਰਹੇ ਉੱਥੇ। ਉਹ ਜਦੋਂ ਨੌਕਰੀਆਂ ਤੇ ਲੱਗ ਜਾਂਦੇ ਨੇ, ਇਹੀ ਗੱਲ ਹੋਈ ਹੈ ਕਿ ਸਾਡੀ ਕੁੜੀਆਂ ਜਿਹੜੀਆਂ ਜਾਂਦੀਆਂ ਨੇ, ਉਹਨਾਂ ਨੂੰ ਫਿਰ ਕਿੱਦਾਂ ਉਹ ਆਪਣੇ ਆਪ ਨੂੰ, ਮੈਂ ਤੇ ਸ਼ਰਮ ਆਉਂਦੀ ਹੈ ਕਹਿਣ ਦੀ ਕਿ ਵੀ ਉਹ ਕਿਹੜੇ ਹੋਰ ਪਾਸੇ ਤੁਰਨ ਨੂੰ ਮਜਬੂਰ ਹੋ ਜਾਂਦੀਆਂ ਨੇ, ਕਿਉਂਕਿ ਉਹਨਾਂ ਪਿੱਛੋਂ ਤਾਂ ਕੋਈ ਸਪੋਰਟ ਹੈ ਨਹੀਂ। ਹੁਣ ਉੱਥੇ ਚਲੀ ਤੇ ਗਈਆਂ, ਬਟ ਹੁਣ ਉੱਥੇ ਸਰਵਾਈਵ ਕਿੱਦਾਂ ਕਰਨਾ? 12ਵੀਂ ਤੋਂ ਬਾਅਦ ਸਾਡੇ ਜਿਹੜੇ ਨੇ, ਉਹ ਕਈ ਜਿਹੜੇ ਨੇ ਉਹ ਕਿਉਂਕਿ ਉੱਥੇ ਮਤਲਬ ਉਹਨਾਂ ਨੂੰ ਕੋਈ ਪਰਮਿਟ ਨਹੀਂ ਹੈਗਾ, ਸੋ ਉਹ ਘੱਟ ਮਤਲਬ ਕੈਸ਼ ਦੇ ਉੱਤੇ ਕੰਮ ਕਰਦੇ ਨੇ। ਜੇ ਅਗਰ ਉੱਥੇ ਤੁਹਾਡੀ ਸਮਝ ਲਓ ਨਾਰਮਲ ਅਗਰ ਲੀਗਲ ਮਤਲਬ ਰੇਟ ਹੋਵੇ $15 ਪਰ ਆਵਰ, ਉਹ $8 ਪਰ ਆਵਰ ਦੇ ਕੰਮ ਕਰਨ ਨੂੰ ਮਜਬੂਰ ਹੋ ਜਾਂਦੇ ਨੇ। ਅੱਛਾ, ਉਹਦੇ ਨਾਲ ਕੀ ਹੋ ਰਹੀ ਹੈ, ਸਾਡੇ ਜਿਹੜੇ ਪੁਰਾਣੇ ਗਏ ਹੋਏ ਨੇ, ਜਿਹੜੇ ਕਿ ਉੱਥੇ ਲੀਗਲ ਨੇ, ਉਹ ਵੀ ਹੁਣ ਸਮਝ ਰਹੇ ਨੇ ਕਿ ਵੀ ਸਾਡੀ ਢਿੱਡ ਤੇ ਹੀ ਲੱਤ ਮਾਰ ਰਹੇ ਨੇ। ਬਿਲਕੁਲ, ਅਸੀਂ $15 ਤੇ ਅਸੀਂ ਕੰਮ ਕਰ ਸਕਦੇ ਹਾਂ, ਬਟ ਸਾਡਾ ਇਹ $15 ਵਾਲਾ ਕੰਮ ਘੱਟ, ਇਹਨਾਂ ਨੇ ਹੁਣ $8 ਤੇ ਕਰ ਗਏ। ਤੇ ਉਹ ਜਿਹੜੇ EMPLOYER ਵੀ ਨੇ, ਉਹ ਚਲੋ ਭਾਵੇਂ ਕੈਸ਼ ਉਹਨਾਂ ਨੇ ਪੈਸੇ ਦੇਖਣੇ ਨੇ। ਸੋ ਇਹ ਵੀ ਗੱਲਾਂ ਬਾਤਾਂ ਆਪਸ ਵਿੱਚ ਹੋਣੀਆਂ ਸ਼ੁਰੂ ਹੋ ਗਈਆਂ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਸਾਨੂੰ ਇਸ ਚੀਜ਼ ਨਾਲ ਬੜੀ ਗੰਭੀਰਤਾ ਨਾਲ ਸੋਚਣਾ ਪੈਣਾ ਹੈ ਕਿ ਅਸੀਂ ਕਿੱਦਾਂ ਆਪਣੇ ਬੱਚਿਆਂ ਨੂੰ ਇੱਥੇ ਰੱਖੀਏ। ਬੱਚਾ ਠੀਕ ਹੈ, ਤੇ ਬਾਣੀ ਵੀ ਕਹਿੰਦੀ ਹੈ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਇਹ, ਠੀਕ ਹੈ ਨਾ, ਕਿ ਜਿੱਥੇ ਤੁਹਾਡੇ ਦਾਣੇ ਲਿਖੇ ਨੇ, ਤੁਹਾਡੀ ਨੱਕ ਦੀ ਨਖੇਲ ਉਸ ਖਸਮ ਦੇ ਹੱਥ 'ਚ ਹੈਗਾ, ਉੱਥੇ ਤੁਸੀਂ ਪਹੁੰਚਣਾ। ਬਿਲਕੁਲ। ਪਰ ਇਹ ਕਹਿੰਦਿਆਂ ਹੋਇਆਂ ਅਸੀਂ ਪੰਜਾਬ 'ਚ ਕਿਉਂ ਨਹੀਂ ਉਹ ਦਾਣੇ ਬੰਦਿਆਂ ਦੇ ਅਸੀਂ ਦੇ ਸਕਦੇ? ਅੱਜ ਭਈਏ ਇੱਥੇ ਆ ਕੇ ਕੰਮ ਕਰਦੇ ਨੇ, ਉਹ ਰਾਜੇ ਬਣੇ ਬੈਠੇ ਨੇ, ਉਹ ਪਿੰਡਾਂ 'ਚ ਕੰਮ ਕਰ ਰਹੇ ਨੇ, ਤੇ ਅਗਰ ਉਹ ਇੱਥੇ ਆ ਕੇ ਕੰਮ ਕਰ ਸਕਦੇ ਤੇ ਸਾਡੇ ਬੱਚਿਆਂ ਨੂੰ ਕੀ ਔਖ ਹੋ ਗਈ ਵੀ? ਹਾਂ, ਹੁਣ ਇਹ ਕਹਿ ਦੇਣਾ ਕਿ ਨਹੀਂ ਜੀ ਭਈਏ ਤੇ ਇੱਥੇ ਆ ਕੇ ਜੀ ਇੱਕ ਕਮਰੇ ਦੇ ਵਿੱਚ ਜੀ 4 ਰਹਿੰਦੇ ਨੇ,
ਤੇ ਠੀਕ ਹੈ, ਜੇ ਰਹਿੰਦੇ ਨੇ ਤੇ ਫਿਰ ਕੀ ਮਾੜਾ ਹੈ। ਸਾਡੇ ਇਹੀ ਬੱਚੇ ਮੈਨੂੰ ਪਤਾ ਹੈ ਬਾਹਰ ਕੈਨੇਡਾ ਜਾ ਕੇ ਇਹ ਵੀ ਉਦਾਂ ਹੀ ਉੱਥੇ ਰਹਿੰਦੇ ਨੇ। ਸੋ ਤੁਸੀਂ ਉੱਥੇ ਤੁਸੀਂ ਪਰ ਇਹ ਕਹਿੰਦਿਆਂ ਹੋਇਆ ਮੈਂ ਤੁਹਾਨੂੰ ਦੱਸਾਂ ਕਿ ਇਹ ਸਿਰਫ ਪੰਜਾਬ ਦੀ ਗੱਲ ਨਹੀਂ ਹੈ। ਮੇਰੇ ਇੱਕ ਛੋਟਾ ਵੀਰ ਹੀ ਹੈ, ਉਹ ਟਾਟਾ ਨਾਲ ਬੜਾ ਤਗੜੇ ਪੋਜੀਸ਼ਨ ਤੇ ਹੈਗਾ, ਉਹ ਥਾਂ ਥਾਂ ਤੇ ਆਪਣੀ ਇੰਡਸਟਰੀਜ਼ ਲਗਾਉਂਦੇ ਨੇ। ਟਾਟਾ ਕੰਜ਼ਿਊਮਰਸ ਦਾ ਉਹ ਹੈਡ ਵੀ ਹੈਗਾ। तो मैंने कहना भाजी गल इदा है कि अगर ਅਸੀਂ ਉੜੀਸਾ ਇੰਡਸਟਰੀ ਲਾਈ ਨਾ ਤੇ ਉੜੀਸਾ ਵਾਲੇ ਤਾਮਿਲਨਾਡੂ ਜਾ ਕੇ ਕੰਮ ਕਰ ਲੈਣਗੇ, ਉੜੀਸਾ ਵਾਲੇ ਉੜੀਸਾ ਦੇ ਵਿੱਚ ਕੰਮ ਨਹੀਂ ਕਰਨਗੇ। ਇਹ ਮਤਲਬ ਇਹ ਇੱਕ ਪਤਾ ਨਹੀਂ ਕਿਉਂ ਟ੍ਰੈਂਡ ਬਣਿਆ ਹੋਇਆ, ਕਿਉਂ ਟ੍ਰੈਂਡ ਜਿਹਾ ਵੀ ਬਣ ਗਿਆ। ਪਰ ਇਹ ਕਹਿੰਦਿਆਂ ਹੋਇਆ ਦੇਖੋ ਪੰਜਾਬ ਇੱਕ ਸਭ ਤੋਂ ਜਿਹਨੂੰ ਕਹਿੰਦੇ ਖੁਸ਼ਹਾਲ ਸੂਬਾ ਸੀਗਾ ਪਹਿਲਾਂ, ਨੰਬਰ 1। ਚਲੋ ਵੰਡ ਤੋਂ ਪਹਿਲਾਂ ਤਾਂ ਸੀਗਾ ਹੀ ਸੀਗਾ, ਵੰਡ ਤੋਂ ਬਾਅਦ ਅਸੀਂ ਬਥੇਰਾ ਕੁਝ ਖੋ ਲਿਆ। ਉਸ ਤੋਂ ਬਾਅਦ ਮਤਲਬ 60-70 ਦੇ ਵਿੱਚ ਵੀ ਅਸੀਂ ਤਾਂ ਵੀ ਫਿਰ ਨੰਬਰ 1 ਤੇ ਆ ਗਏ। ਚਲੋ ਗ੍ਰੀਨ ਰੈਵੋਲੂਸ਼ਨ ਦਾ ਵੀ ਕੁਝ ਹੱਥ ਆ ਗਿਆ, ਬਾਕੀ ਆਪਣੇ ਮਿਹਨਤੀ ਬੰਦੇ ਸੀਗੇ ਸਾਰਾ ਕੁਝ। ਹੁਣ ਉਹ ਮਿਹਨਤੀ ਬੰਦਿਆਂ ਦਾ ਤੁਸੀਂ ਦੇਖੋ ਅੱਜ ਅਗਰ ਆਪਾਂ ਕਹਿ ਦਈਏ ਕਿ ਉਹ ਜਿਹੜਾ ਮਿਹਨਤੀ ਇੱਕ ਪੰਜਾਬੀ ਸੀਗਾ ਤੇ ਉਹ ਹੁਣ ਅੱਜ ਉਹ ਅਗਰ ਡਰੱਗਸ ਦੇ ਵਿੱਚ ਪੈ ਗਿਆ ਤੇ ਕੀ ਕਾਰਨ ਹੈ? ਮਤਲਬ ਇਹ ਤੇ ਫਿਰ ਡੈਫੀਨਿਟਲੀ ਸਿਰਫ ਜਿੱਦਾਂ ਤੂੰ ਕਹਿੰਦਾ ਅਫਸਰਸ਼ਾਹੀ, ਕਿਉਂਕਿ ਜਿਹੜੇ ਅਫਸਰ ਹੁੰਦੇ ਨੇ ਦੇਖੋ ਪੋਲੀਟੀਸ਼ੀਅਨ ਜਿਹੜੇ ਨੇ ਅਨਫੋਰਚੂਨੇਟਲੀ ਮਾਫ ਕਰਿਓ ਸਾਡੇ ਪੋਲੀਟੀਸ਼ੀਅਨਸ ਤਕਰੀਬਨ ਕੋਈ 10 ਪੜਿਆ ਕੋਈ 12 ਪੜਿਆ ਕੋਈ ਇੰਨਾ ਨਾ, ਜਿਹੜੇ ਆਈਐਸ ਅਫਸਰ ਨੇ ਉਹ ਤੇ ਮਤਲਬ ਮੇਰਾ ਕਹਿਣ ਦਾ ਮਤਲਬ ਹੈ ਉਹ ਸਟੇਟ ਨੂੰ ਐਕਚੁਅਲੀ ਦੁਨੀਆ ਪੜ ਕੇ ਆਏ ਨੇ। ਬਿਲਕੁਲ ਉਹ ਦੇਖੋ ਜਦੋਂ ਆਈਐਸ ਦਾ ਟੈਸਟ ਕਲੀਅਰ ਕਰਨਾ, ਯੂਪੀਐਸਸੀ ਦਾ ਬੋਰਡ ਦਾ ਤੁਸੀਂ ਐਗਜ਼ਾਮ ਪਾਸ ਕਰਨਾ ਹੈ, ਇੰਨੇ ਲੱਖ ਬੰਦਿਆਂ ਵਿੱਚੋਂ ਤੁਸੀਂ ਕੁਝ ਬੰਦੇ ਤੁਸੀਂ ਉਹ ਐਗਜ਼ਾਮ ਪਾਸ ਕਰਦੇ ਹੋ ਤੇ ਤੁਹਾਡੇ ਵਿੱਚ ਕੁਝ ਤਾਂ ਹੁਨਰ ਹੋਣਾ ਹੈ ਨਾ। ਤੇ ਤੁਸੀਂ ਜਦੋਂ ਆਉਂਦੇ ਹੋ ਉੱਥੇ ਤੇ ਤੁਹਾਡਾ ਸਟੇਟ ਹੋਣਾ ਚਾਹੀਦਾ ਸੀਗਾ, ਹੁੰਦਾ ਵੀ ਹੈਗਾ। ਕਈ ਇੱਥੇ ਹੈਗੇ, ਹੁਣ ਤੁਸੀਂ ਓਡੀਸ਼ਾ ਦੀ ਗੱਲ ਕਰ ਲਓ, ਉੱਥੇ ਸਾਡਾ ਜਿਹੜਾ ਚੀਫ ਮਿਨਿਸਟਰ ਹੈਗਾ ਉਹ ਵੀ ਮੇਰੇ ਸਕੂਲ ਦਾ ਹੀ ਪੜ੍ਹਿਆ ਹੈ, ਨਵੀਨ ਪਟਨਾਇਕ ਜੀ। ਉਹ ਸਿਰਫ ਸਟੇਟ ਆਪਣਾ ਚਲਾਉਂਦਾ ਬਿਊਰੋਕਰੈਟਸ ਦੇ ਨਾਲ, ਉਹ ਕਿਸੇ ਪੋਲੀਟੀਸ਼ੀਅਨ ਨੂੰ ਉਹ ਸੋਚਦਾ ਹੀ ਨਹੀਂ। ਉਹਨੂੰ ਉੜੀਆ ਵੀ ਚੰਗੀ ਤਰ੍ਹਾਂ ਨਹੀਂ ਆਉਂਦੀ ਸੀ, ਹਾਲੀ ਪਤਾ ਨਹੀਂ ਆਈ ਹੈ ਕਿ ਨਹੀਂ। 5 ਟਰਮ ਹੋ ਗਏ ਨੇ ਉਹਨੂੰ ਉੜੀਸਾ ਦਾ ਚੀਫ ਮਿਨਿਸਟਰ ਬਣਿਆ ਜੀ। ਉਹ ਸਿਰਫ ਸੋ ਮੇਰਾ ਕਹਿਣਾ ਮਤਲਬ ਤੁਹਾਨੂੰ ਬਿਊਰੋਕਰੈਟਸ ਨੂੰ ਪ੍ਰੇਰਿਤ ਕਰਨਾ ਪੈਂਦਾ ਐਂਡ ਇਹਨਾਂ ਨੂੰ ਇੰਨੀ ਸਹੂਲਤ ਮਤਲਬ ਦੇਣੀ ਚਾਹੀਦੀ ਸੀਗੀ। ਠੀਕ ਹੈ, ਤੁਸੀਂ ਆਪਣੇ ਚੈਕਸ ਐਂਡ ਬੈਲੈਂਸਸ ਜ਼ਰੂਰ ਰੱਖੋ, ਬਟ ਇਹਨਾਂ ਨੂੰ ਕਹਿਣਾ ਚਾਹੀਦਾ ਸੀਗਾ ਕਿ ਵੀ ਦੱਸੋ ਅਸੀਂ ਪੰਜਾਬ ਲਈ ਕੀ ਕਰ ਸਕਦੇ ਹਾਂ। ਸਰ ਇੱਕ ਬੜੀ ਅਹਿਮ ਚੀਜ਼ ਹੈ, ਜਿਵੇਂ ਆਪਾਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਵੀ ਇਹ ਚੀਜ਼ਾਂ ਇੱਕਦਮ ਨਹੀਂ ਹੋ ਜਾਂਦੀਆਂ, ਇਹਨਾਂ ਦੇ ਪਿੱਛੇ ਇੱਕ ਪਿਛੋਕੜ ਹੁੰਦਾ ਹੈ। ਉਸ ਤੋਂ ਬਾਅਦ ਕੜੀ ਦਰ ਕੜੀ ਇਹ ਚੀਜ਼ਾਂ ਅੱਗੇ ਵਧਦੀਆਂ ਰਹਿੰਦੀਆਂ ਨੇ। ਇਹੀ ਕਾਰਨ ਆ ਕਿ ਅਸੀਂ ਇਹਨਾਂ ਹਾਲਾਤਾਂ 'ਚ ਹੈਗੇ ਹਾਂ। ਜਿਵੇਂ ਤੁਸੀਂ ਥੋੜਾ ਜਿਹਾ ਜ਼ਿਕਰ ਕੀਤਾ ਨਸ਼ੇ ਵਾਲਾ, ਇਹ ਨਸ਼ੇ ਦੀ ਜੜ ਤੁਸੀਂ ਕਿੱਥੇ ਦੇਖਦੇ ਹੋ? ਤੁਹਾਨੂੰ ਲੱਗਦਾ ਕਿ ਪਿਛਲੀਆਂ ਸਰਕਾਰਾਂ ਨੇ ਆਪਣੇ ਨਫੇ ਦੇਖੇ, ਨੌਜਵਾਨ ਪੀੜ੍ਹੀ ਬੇਰੁਜ਼ਗਾਰ ਹੋ ਗਈ, ਕੁਰਾਹੇ ਪੈ ਗਈ, ਜਾਂ ਪਿੱਛੇ ਬਿਜ਼ਨਸ ਮਾਈਂਡ ਵੀ ਸੀਗਾ ਕਿ ਅਸੀਂ ਪੰਜਾਬ 'ਚ ਨਸ਼ਾ ਵੇਚਾਂਗੇ, ਇਹਨੂੰ ਮੰਡੀ ਬਣਾ ਦਿੱਤਾ ਗਿਆ ਨਸ਼ੇ ਦੀ? ਦੇਖੋ ਜੀ, ਜੇ ਤਾਂ ਉਹ ਗੱਲ ਹੈ ਤੇ ਫਿਰ ਮੈਂ ਤਾਂ ਕਹਿੰਦਾ ਜਿਹਨਾਂ ਬੰਦਿਆਂ ਨੇ ਇਹ ਸੋਚ ਰੱਖੀ ਹੈ ਉਹ ਜੇ ਬੱਤਰ ਜਾਂ ਉਹ ਜੇ ਜਾਨਵਰ ਬੰਦੇ ਨਹੀਂ ਹੋ ਸਕਦੇ ਜਿਹੜੇ ਕਿ ਕਿਸੇ ਦੀ ਸਿਹਤ ਨੂੰ ਖਰਾਬ ਕਰਨ ਦੇ ਵਿੱਚ ਆਪਣਾ ਮੁਨਾਫਾ ਲੱਭਦੇ ਨੇ। ਤੁਸੀਂ ਬੰਦੇ ਨੂੰ ਮਾਰ ਹੀ ਰਹੇ ਹੋ ਨਾ, ਜਿਹੜੇ ਬੰਦੇ ਦੇ ਬੱਚੇ ਨੂੰ ਤੁਸੀਂ ਨਸ਼ੇ ਤੇ ਠੋਕ ਰਹੇ ਹੋ। ਸੋ ਮੈਂ ਕਹਿੰਦਾ ਅਗਰ ਇਹੋ ਜੀ ਗੱਲ ਹੋਈ ਹੈ ਤੇ ਬਹੁਤ ਮਾੜੀ ਗੱਲ ਹੋਈ ਹੈ। ਤੇ ਮੁੱਖ ਦੀ ਗੱਲ ਹੈਗੀ ਕਿ ਐਕਚੁਅਲੀ ਸਪੀਕਿੰਗ ਪੰਜਾਬ ਦੇ ਵਿੱਚ ਨਾ ਜਿਹੜੀ ਗੁਰੂ ਦੀ ਜਿਹੜੀ ਬਾਣੀ ਹੈ ਨਾ, ਆਪਾਂ ਗੁਰੂ ਤੋਂ ਟੁੱਟ ਗਏ। ਜੇ ਆਪਾਂ ਉਹੀ ਉਸ ਚੀਜ਼ ਉੱਤੇ ਵੀ ਅਸੀਂ ਥੋੜਾ ਜਿਹਾ ਅਸੀਂ ਹੋਰ ਜ਼ੋਰ ਦੇ ਦਿੰਦੇ ਤੇ ਲੋਕਾਂ ਨੂੰ ਸਮਝਾਉਂਦੇ ਕਿ ਵੀ ਗੁਰੂ, ਕਿਉਂਕਿ ਦੇਖੋ ਗੁਰੂ ਗ੍ਰੰਥ ਸਾਹਿਬ ਤੇ ਇੱਕ ਜਿਹਨੂੰ ਕਹਿੰਦੇ ਨੇ ਮਤਲਬ ਗਿਆਨ ਦੇ ਸੋਮੇ ਨੇ, ਉਹਦੇ ਵਿੱਚ ਹਰ ਇੱਕ ਚੀਜ਼ ਦੀ ਮਤਲਬ ਫਲਸਫਾ ਹੈਗਾ, ਕਿੱਦਾਂ ਜ਼ਿੰਦਗੀ ਜਿਉਣੀ ਹੈ। ਮਤਲਬ ਅਗਰ ਤੁਸੀਂ ਕਿਸੇ ਬੰਦੇ ਨੂੰ ਕਹੋ ਨਾ ਕਿ ਜੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਹ 3 ਜਿਹੜੇ ਅਸੂਲ ਦਿੱਤੇ ਨੇ ਸਾਨੂੰ ਗੁਰੂ ਸਾਹਿਬ ਨੇ, ਤੁਸੀਂ ਕਿਸੇ ਬੰਦੇ ਨੂੰ ਕਹਿੰਦੇ ਨਾ ਉਹ ਤੇ ਇਸ ਚੀਜ਼ ਉੱਤੇ ਕਾਇਲ ਹੋ ਜਾਂਦਾ ਹੈ। ਉਹ ਕਹਿੰਦਾ ਇਹ ਤੇ ਬੜਾ ਵਧੀਆ ਤੁਹਾਡੇ ਕੋਲ ਫਿਲਾਸਫੀ ਹੈਗੀ, ਅਸੀਂ ਉਹ ਆਪ ਹੀ ਨਹੀਂ ਫੋਲੋ ਕਰ ਸਕੇ। ਸੋ ਇਹ ਜਿਹੜਾ ਬੱਚਾ ਜਿਹੜਾ ਹੈਗਾ ਫਿਰ ਉਹ ਸਮਝਦਾ ਹੈ। ਅੱਛਾ, ਇੱਕ ਜਦੋਂ ਅੱਜ ਸਵੇਰੇ ਤੁਸੀਂ ਸੁਣਿਆ ਸੀਗਾ ਸਰਪ੍ਰੀਤ ਸਿੰਘ ਉਹਨਾਂ ਨੂੰ ਕਿ ਸੰਗਤ ਦੀ ਬੜਾ ਵੱਡਾ ਰੋਲ ਹੁੰਦਾ ਹੈ। ਜਦੋਂ ਸੰਗਤੀ ਤੌਰ ਤੇ ਨਾ ਬੱਚੇ ਆਮ ਨੌਜਵਾਨ ਦੇਖਦੇ ਨੇ ਨਾ ਕਿ ਚਲੋ ਯਾਰ ਇਹ ਬੰਦਾ ਲੱਗ ਪਿਆ ਇਹਦੇ ਤੇ, ਚਲੋ ਮੈਂ ਵੀ ਲੱਗ ਜਾਵਾਂ। ਅੱਛਾ, ਤੁਸੀਂ ਇਹ ਵੀ ਸੁਣਿਆ ਸੀਗਾ ਕਿ ਸਾਡੇ ਜੇਲ੍ਹਾਂ ਦੇ ਵਿੱਚ ਇਹ ਬਹੁਤ ਪ੍ਰਚਲਿਤ ਸੀ ਜੀ, ਹਾਲੀ ਵੀ ਹੈ। ਕਿਉਂ ਹੈ? ਅੱਛਾ, ਉੱਥੇ ਕੌਣ ਇਹਨਾਂ ਨੂੰ ਪਹੁੰਚਾਉਂਦਾ ਹੈ? ਇਹ ਵੀ ਸੋਚਣ ਵਾਲੀ ਗੱਲ ਹੈ। ਸੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਆਪਣੇ ਮੁਨਾਫੇ ਲਈ ਉਹ ਲੋਕਾਂ ਨੂੰ ਇਸ ਪਾਸੇ ਤੋੜ ਦਿੰਦੇ ਨੇ ਤੇ ਇਸ ਪਾਸੇ ਬੰਦੇ ਲੱਗ ਜਾਂਦੇ ਨੇ। ਸੋ ਇਹ ਕਿਉਂ ਇਹ ਸਾਰਾ ਜਿਹੜਾ ਕੰਮ ਹੈਗਾ ਨਾ, ਮੈਂ ਤਾਂ ਇਹ ਕਹਿ ਰਿਹਾ ਸੀਗਾ ਕਿ ਇੱਕ ਸਿੱਖ ਬੱਚਾ ਜਦੋਂ ਵਾਪਸ ਘਰ ਆਉਂਦਾ ਹੈ ਤੇ ਉਹ ਕੀ ਦੇਖਦਾ ਹੈ ਕਿ ਵੀ ਉਹਦਾ ਜਿਹੜਾ ਪਿਓ ਹੈ ਉਹ ਸ਼ਾਮ ਨੂੰ ਕਹਿੰਦਾ ਉਹ ਤੇ ਇੱਕ ਗਲਾਸੀ ਜੀ ਲੈ ਕੇ ਤੇ ਬਹਿ ਜਾਂਦਾ ਹੈ, ਭਾਵੇਂ ਉਹ ਸ਼ਹਿਰੀ ਬੰਦਾ ਵੀ ਹੋਵੇ ਭਾਵੇਂ ਪੇਂਡੂ ਬੰਦਾ ਹੋਵੇ।
ਪਿੰਡੂ ਬੰਦਾ ਤੇ ਚਲੋ ਆਪਣੇ ਦੋ ਚੰਗੇ ਠੋਕ ਕੇ ਤੇ ਸੋ ਜਾਂਦਾ ਕਿ ਚਲੋ ਮੈਂ ਅਗਲੇ ਦਿਨ ਸਵੇਰੇ ਕੰਮ ਤੇ ਜਾਣਾ, ਠੀਕ ਹੈ ਨਾ। ਬਿਲਕੁਲ। ਤੇ ਸ਼ਹਿਰੀ ਬੰਦਾ ਵੀ ਜੇ ਕੋਈ ਕਲਾਰਕ ਵੀ ਹੋਵੇ, ਕੋਈ ਗਵਰਨਮੈਂਟ ਅਫਸਰ ਵੀ ਹੋਵੇ, ਉਹ ਇਹ ਲੈ ਬੋਤਲ ਖੋਲ ਲਿਆ ਤੇ ਆਪਾਂ ਨੇ ਉਹ ਆਪਣੇ ਛੋਟੇ ਦੋ ਪੈਗ ਪਾ ਕੇ ਤੇ ਆਪਣਾ ਭਾਵੇਂ ਫਾਇਲ ਦਾ ਵੀ ਕੰਮ ਕਰ ਰਿਹਾ ਤੇ ਉਹ ਪੈਗ। ਸੋ ਬੱਚੇ ਦੇ ਜ਼ਹਿਨ ਦੇ ਵਿੱਚ ਸ਼ੁਰੂਆਤ ਤੋਂ ਹੀ ਇਹ ਚੀਜ਼ ਆ ਜਾਂਦੀ ਹੈ ਕਿ ਵੀ ਇਹ ਨਸ਼ਾ ਤੇ ਬੜੀ ਵਧੀਆ ਚੀਜ਼ ਹੈ, ਜਾਂ ਸ਼ਰਾਬ ਪੀਣੀ ਤੇ ਵਧੀਆ ਚੀਜ਼ ਹੈ, ਠੀਕ ਹੈ, ਕਰਨੀ ਚਾਹੀਦੀ ਹੈ। ਸਿੰਬਲ ਆਫ ਸਟੇਟਸ ਬਣਾ ਲੈਂਦੇ ਉਹਨੂੰ, ਸਿੰਬਲ ਆਫ ਸਟੇਟਸ ਕਹਿ ਲਓ ਜਾਂ ਵੇ ਆਫ ਲਾਈਫ ਕਹਿ ਲਓ। ਅੱਛਾ, ਉਹਦੇ ਨਾਲ ਫਿਰ ਕੀ ਹੁੰਦਾ ਹੈ, ਫਿਰ ਉਹ ਸ਼ੁਰੂਆਤ ਇੱਕ ਹੋ ਜਾਂਦੀ ਹੈ, ਠੀਕ ਹੈ ਨਾ। ਅੱਛਾ, ਮੈਂ ਇਹ ਕਹਿੰਦਾ ਕਿ ਐਂਡ ਸਪੈਸ਼ਲੀ ਇਹ ਸਿੱਖਾਂ ਦੇ ਵਿੱਚ ਜ਼ਿਆਦਾ ਅਗਰ ਆਪਾਂ ਦੇਖੀਏ, ਕੋਈ ਆંકੜੇ ਵੀ ਮੈਂ ਹਾਲੀ ਦੇਖੇ ਨਹੀਂ, ਬਟ ਇਟ ਵਿਲ ਬੀ ਵੈਰੀ ਇੰਟਰਸਟਿੰਗ ਕਿ ਜਿਹੜਾ ਡਰੱਗਸ ਦੇ ਵਿੱਚ ਹੈਗੇ ਜਾਂ ਉਹ ਬੰਦੇ ਮੈਨੂੰ ਕਹਿ ਰਹੇ ਸੀਗੇ ਕਿ ਜਿਹੜੇ ਡਰੱਗਸ ਦੇ ਵਿੱਚ ਮੌਤਾਂ ਵੀ ਹੁੰਦੀਆਂ ਨੇ ਉਹ ਕਈ ਸਿੱਖ ਬੱਚੇ ਹੀ ਨੇ। ਇਹ ਜਿਹੜਾ ਸਾਡਾ ਹਿੰਦੂ ਭਾਈਚਾਰਾ ਹੈ ਪੰਜਾਬ ਦੇ ਵਿੱਚ, ਉਹ ਬਹੁਤ ਘੱਟ ਬੰਦੇ ਇਸ ਪਾਸੇ ਲੱਗੇ ਹੋਏ ਨੇ। ਵੈਸੇ ਵੀ ਕੰਜ਼ੰਪਸ਼ਨ ਜਿਹੜੀ ਹੈ ਲੀਕਰ ਦੀ ਕੰਜ਼ੰਪਸ਼ਨ ਕਹਿੰਦੇ ਉਹ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈਗੀ, ਉਹ ਬਾਕੀ ਸਟੇਟਾਂ ਦੇ ਮੁਕਾਬਲੇ ਨਹੀਂ। ਤੁਸੀਂ ਕੇਰਲਾ ਦੇ ਵਿੱਚ ਪੰਜਾਬ ਤੋਂ ਜ਼ਿਆਦਾ ਹੈ, ਕੇਰਲਾ ਦੇ ਵਿੱਚ ਪੰਜਾਬ ਤੋਂ ਜ਼ਿਆਦਾ ਹੈ, ਦਿਸ ਇਜ਼ ਅ ਫੈਕਟ। ਪਰ ਕਹਿਣ ਦਾ ਮਤਲਬ ਹੈ ਕਿ ਵੀ ਉੱਥੇ ਐਟਲੀਸਟ ਡਰੱਗਸ ਡਰੂਗ ਦਾ ਨਹੀਂ ਹੈਗਾ, ਤੇ ਉਹ ਜਿੰਨੇ ਵੀ ਹੈਗੇ ਵਟਐਵਰ ਦੈਟ ਇਜ਼ ਸੈਪਰੇਟ। ਉਹਨਾਂ ਦੀ ਐਕਸਾਈਜ਼ ਡਿਊਟੀ ਤੁਸੀਂ ਦੇਖ ਲਓ ਪੰਜਾਬ ਤੋਂ ਮਤਲਬ ਜ਼ਿਆਦਾ, ਬਹੁਤ ਜ਼ਿਆਦਾ ਹੈ। ਸੋ ਇਟਸ ਨਾਟ ਦੈਟ ਕਿ ਵੀ ਬਾਕੀ ਨਹੀਂ ਪੀਂਦੇ, ਬਟ ਇੱਥੇ ਡਰੱਗਸ ਦੀ ਪ੍ਰੋਬਲਮ ਇੱਥੇ ਕਿਉਂ ਹੈ? ਦਿਸ ਇਜ਼ ਦ ਮੇਨ ਪ੍ਰੋਬਲਮ ਨਾ, ਕਿਉਂਕਿ ਤੁਸੀਂ ਹੁਣ ਸ਼ਰਾਬ ਤੋਂ ਤੁਸੀਂ ਡਰੱਗਸ ਤੇ ਆ ਗਏ। ਮੈਨੂੰ ਜਿੱਦਾਂ ਤੁਸੀਂ ਜ਼ਿਕਰ ਕੀਤਾ ਐਕਸਾਈਜ਼ ਦਾ, ਇੱਕ ਬੜੀ ਹੈਰਾਨੀ ਹੁੰਦੀ, ਕਹਿੰਦੇ ਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਸਟੇਟ ਨੂੰ ਅੱਗੇ ਲੈ ਕੇ ਜਾਣਾ ਤਾਂ ਅਸੀਂ ਜਿਹੜਾ ਸਰਕਾਰੀ ਖਜ਼ਾਨਾ ਹੁੰਦਾ ਉਹਦੀ ਬੜੀ ਅਹਿਮੀਅਤ ਹੁੰਦੀ ਹੈ, ਪਰ ਇੱਥੇ ਸਰਕਾਰੀ ਖਜ਼ਾਨੇ ਨੂੰ ਭਰਨ ਦੇ ਲਈ ਸਰਕਾਰਾਂ ਨਿਰਭਰ ਨੇ ਐਕਸਾਈਜ਼ ਡਿਊਟੀ ਤੇ। ਬਿਲਕੁਲ, ਇਹ ਲੱਗਦਾ ਕਿ ਚਿੰਤਾ ਦੀ ਗੱਲ ਹੈ ਕਿ ਐਕਸਾਈਜ਼ ਤੇ ਸ਼ਰਾਬ ਵੇਚ ਕੇ ਉਹ ਕਹਿੰਦੇ ਵੀ ਅਸੀਂ ਸਾਨੂੰ ਮੁਨਾਫਾ। ਨਿਤਿਸ਼ ਕੁਮਾਰ ਨੇ ਤੁਹਾਡੇ ਬਿਹਾਰ ਦੇ ਵਿੱਚ ਆਪਣੀ ਪ੍ਰੋਹਿਬਿਸ਼ਨ ਲਿਆਂਦੀ ਨਾ, ਉਹਨੂੰ ਵੀ ਪਤਾ ਸੀਗਾ ਕਿ ਮੇਰਾ ਐਕਸਾਈਜ਼ ਦਾ ਕਿੰਨਾ ਘਾਟ ਹੈ, ਬਟ ਜਦੋਂ ਅਸੀਂ ਉਹਨਾਂ ਨੂੰ ਮਿਲੇ ਸੀਗੇ, ਸਾਡਾ ਸਬਬ ਬਣਿਆ ਸੀਗਾ 2016 ਜਦੋਂ ਗੁਰੂ ਸਾਹਿਬ ਦਾ 350 ਸਾਲਾ ਉੱਥੇ ਮਨਾਇਆ ਗਿਆ ਸੀਗਾ, ਸਾਡਾ ਉਹਨਾਂ ਨਾਲ ਮਤਲਬ ਮੇਲ ਮਿਲਾਪ ਹੋਇਆ ਸੀਗਾ। ਉਹਨਾਂ ਨੇ ਸਾਨੂੰ ਸੱਦਿਆ ਸੀਗਾ ਉੱਥੇ ਉਹਨਾਂ ਦੀ ਮਦਦ ਕਰਨ ਦੀ। ਉਹ ਕਹਿੰਦੇ ਸੀਗੇ ਕਿ ਜੀ ਮੇਰੀ ਸ਼ਰਧਾ ਬੜੀ ਹੈ। ਉਹਨਾਂ ਨੇ ਸਾਰਿਆਂ ਨੂੰ ਉਦੋਂ ਇਨਵਾਈਟ ਕੀਤਾ ਵੀ, ਸਾਰਿਆਂ ਨੂੰ ਕੀਤਾ, ਬਟ ਸਾਨੂੰ ਉਚੇਚੇ ਤੌਰ ਤੇ ਉਹਨਾਂ ਨੇ ਪਹਿਲਾਂ ਕੀਤਾ ਕਿ ਜੀ ਮੈਨੂੰ ਦੱਸੋ, ਕਿਉਂਕਿ ਉਸ ਟਾਈਮ ਉਹ ਐਨਡੀਏ ਚ ਨਹੀਂ ਸੀਗੇ, ਅਕਾਲੀ ਇੱਥੇ ਉਹਨਾਂ ਦੀ ਬਾਹ ਨਹੀਂ ਫੜ ਰਹੇ ਸੀਗੇ ਕਿ ਉਹਨਾਂ ਨੂੰ ਦੱਸਣ ਦੀ ਕਿ ਵੀ ਕਿੰਨੇ ਕੁ ਬੰਦੇ ਆ ਰਹੇ ਨੇ ਤੇ ਕੀ ਹੁੰਦਾ। ਕਹਿੰਦਾ ਜੀ ਮੇਰੀ ਸ਼ਰਧਾ ਬੜੀ ਹੈ। ਉਹਦਾ ਬੜਾ ਵਧੀਆ ਉਹਨੇ ਗੱਲ ਕੀਤੀ, ਕਹਿੰਦਾ ਮੇਰੀ ਸ਼ਰਧਾ ਹੈ, ਮੈਂ ਅਣਜਾਣੇ ਚ ਮੈਂ ਕੋਈ ਗੈਰ ਜਿਹੜੀ ਆਪਣੀ ਗੱਲ ਹੈਗੀ ਮਰਿਆਦਾ ਵਾਲੀ ਗੱਲ ਨਾ ਕਰ ਦਵਾਂ। ਸੋ ਤੁਸੀਂ ਸਿਰਫ ਮੈਨੂੰ ਗਾਈਡ ਕਰਨਾ ਕਿ ਵੀ ਮਰਿਆਦਾ ਦੇ ਵਿੱਚ ਮੈਂ ਕੰਮ ਕਰ ਰਿਹਾ ਕਿ ਨਹੀਂ। ਸੋ ਅਸੀਂ ਉਹਦੀ ਉੱਤੇ ਮਦਦ ਕੀਤੀ। ਜਿਹੜਾ ਇੰਟਰਨੈਸ਼ਨਲ ਸਿੱਖ ਕਾਨਫਰੰਸ ਵੀ ਉਹਨਾਂ ਨੇ ਬੁਲਾਇਆ, ਸਾਡੇ ਤੋਂ ਉਹਨਾਂ ਨੇ ਲਿਸਟ ਲਿੱਤੀਆਂ, ਉਹ ਸਾਰਾ ਕੁਝ ਕੀਤਾ। ਬਟ ਉਹਨੇ ਵੀ ਇਹ ਗੱਲ ਕੀਤੀ ਸੀ, ਉਸ ਟਾਈਮ ਸਾਨੂੰ ਦੱਸਦੇ ਸੀਗੇ ਕਿ ਜੀ ਜਦੋਂ ਆਪਾਂ ਪ੍ਰੋਹਿਬਿਸ਼ਨ ਇੱਥੇ ਲਿਆਂਦੀ ਹੈ, ਉਹਦੇ ਨਾਲ ਫਾਇਦੇ ਬੜੇ ਹੋਏ ਨੇ। ਘਰਾਂ 'ਚ ਜਿਹੜੇ ਚੁੱਲ੍ਹੇ ਅਖੀਰੀ ਦਿਨਾਂ 'ਚ ਨਹੀਂ ਬਲਦੇ ਸੀਗੇ ਕਿਉਂਕਿ ਬੰਦਿਆਂ ਨੇ ਸ਼ਰਾਬ ਪੀ ਜਾਣੀ, ਉਹ ਬਣਨੇ ਸ਼ੁਰੂ ਹੋ ਗਏ। ਜਿਹੜੀਆਂ ਘਰਾਂ ਦੇ ਵਿੱਚ ਵਾਰਦਾਤਾਂ ਹੁੰਦੀਆਂ ਸੀਗੀਆਂ ਸ਼ਰਾਬ ਕਰਕੇ, ਉਹ ਬੰਦ ਹੋ ਗਈਆਂ। ਜਨਾਨੀਆਂ ਨੇ ਕੰਮ ਕਰਨੇ ਸ਼ੁਰੂ ਕਰਤੇ ਬੰਦੇ। ਸੋ ਠੀਕ ਹੈ, ਐਕਸਾਈਜ਼ ਵਾਲੇ ਪਾਸੋਂ ਤਾਂ ਘਾਟ ਹੋਈ। ਉਹ ਕਹਿੰਦੇ ਠੀਕ ਹੈ, ਅਸੀਂ ਦੂਜੇ ਪਾਸੇ ਉਹਨੂੰ ਕਵਰ ਅਪ ਕਰਾਂਗੇ। ਹੋਰ ਵੀ ਮਤਲਬ ਲਾਈਕ ਆਈ ਸੈਡ ਕਿ ਉਹਨਾਂ ਦੀ ਜਿਹੜੀ ਕਾਟੇਜ ਇੰਡਸਟਰੀ, ਜਿਹੜੀ ਜਨਾਨੀਆਂ ਕੰਮ ਕਰਨੀਆਂ ਸ਼ੁਰੂ ਕਰ ਗਈਆਂ, ਬੰਦਿਆਂ ਨੂੰ ਉਸ ਪਾਸੇ ਦਾ ਰੋਜ਼ਗਾਰ ਮਿਲ ਗਿਆ ਇੱਕ ਹਿਸਾਬ ਨਾਲ। ਹੁਣ ਜਦੋਂ ਮੈਂ ਤੁਹਾਨੂੰ ਗੱਲ ਦੱਸਾਂ, ਹੁਣ ਤੁਸੀਂ ਗੱਲ ਕਰਦੇ ਹੋ ਰੋਜ਼ਗਾਰ ਦੀ, ਸਾਡੇ ਕੋਲ ਇੱਕ ਛੋਟੀ ਫੈਕਟਰੀ ਹੈ ਇੱਥੇ ਡੇਰਾ ਬੱਸੀ। ਤੁਹਾਨੂੰ ਪਤਾ ਹੈ ਕਿ ਆਪਣੇ ਸਾਡੇ ਕੋਈ ਸੰਪਰਕ ਹੈਗੇ ਆਪਣੇ ਲਾਜ ਜੀ, ਆਪਣੇ ਸੁਖਦੇਵ ਜੀ ਲੁਧਿਆਣੇ, ਉਹਨਾਂ ਨੇ ਆਪਣੇ ਜਿਹੜੇ ਹੈਗੇ ਸਿਕਲੀਗਰ ਮੁੰਡਿਆਂ ਦੇ ਤੇ ਬੱਚਿਆਂ ਨੂੰ ਕਾਫੀ ਸਾਲਾਂ ਤੋਂ ਉੱਥੇ ਪੜ੍ਹਾ ਰਹੇ ਨੇ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਤੁਸੀਂ ਐਂ ਕਰੋ, ਚਲੋ ਸਾਡੇ ਬੱਚੇ ਨੇ, ਤੁਸੀਂ ਨਾ ਸਾਨੂੰ ਪੰਜਾਬ ਦੇ ਬੱਚੇ ਨੇ, ਅਸੀਂ ਕਿਉਂ ਬਾਹਰੋਂ ਬੰਦਿਆਂ ਨੂੰ ਅਸੀਂ ਇੰਪਲੋਏ ਕਰੀਏ ਫੈਕਟਰੀ 'ਚ, ਤੇ ਤੁਸੀਂ ਸਾਨੂੰ ਭੇਜ ਦਿਓ ਰੁਜ਼ਗਾਰ ਦੀ, ਆਪਾਂ ਉਹਨਾਂ ਨੂੰ ਇੰਪਲੋਏ ਕਰ ਲਈਏ, ਸਿੱਧਾ ਹੀ ਉਹ ਹੋ ਜਾਣਗੇ। ਸੋ ਐਟਲੀਸਟ ਕੁਛ ਨਾ ਫਾਇਦਾ। ਮਤਲਬ ਜਵਾਬ ਕੀ ਕਿ ਨਹੀਂ ਜੀ, ਨਹੀਂ ਜੀ, ਇਹਨਾਂ ਨੂੰ ਜੀ ਕੰਮ ਦੀ ਆਦਤ ਨਹੀਂ ਹੈ, ਇਹਨਾਂ ਨੂੰ ਤੇ ਹਾਲੀ ਵੀ ਉਹ ਚਾਬੀਆਂ ਚੂਬੀਆਂ ਦੀ ਹੈਗੀ, ਤੇ ਜਦੋਂ 4 ਪੈਸੇ ਆ ਦਿੰਦੇ ਨੇ ਫਿਰ ਇਹ ਸ਼ਰਾਬ ਪੀ ਕੇ ਤੇ 2 ਦਿਨ ਤੁਹਾਡੀ ਫੈਕਟਰੀ ਨਹੀਂ ਆਉਣਗੇ। ਮੈਂ ਕਿਹਾ ਫਿਰ ਅਸੀਂ ਇਹਨਾਂ ਨੂੰ ਸਿਖਾਇਆ ਕੀ ਹੈ? ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਅਸੀਂ ਕਿੱਥੇ ਨਾ ਕਿੱਥੇ ਅਸੀਂ ਨਾ ਉਹ ਜਿਹੜਾ ਸ਼ਰਾਬ ਦਾ ਜਿਹੜਾ ਕੰਮ ਨਾ ਪੰਜਾਬ ਤੋਂ ਸ਼ੁਰੂ ਹੋਇਆ ਨਾ, ਤੇ ਇਹਨੇ ਮੇਰਾ ਖਿਆਲ ਇਹਨੇ ਸਭ ਤੋਂ ਵੱਧ ਬੇੜਾ ਗਰਕ ਕੀਤਾ ਸਰ। ਇੱਕ ਬੜੀ ਅੱਛਾ, ਤੇ ਇਹਦੇ ਵਿੱਚ ਵੀ ਆਹ ਜਿਹੜੀ ਹੈਗੀ ਸਾਡੇ ਜਿਹੜੇ ਆਗੂ ਨੇ, ਜਾਂ ਵਿਆਹ ਸ਼ਾਦੀਆਂ ਤੁਸੀਂ ਸਾਡੀਆਂ ਦੇਖ ਲਓ, ਸ਼ਰਾਬ ਤੋਂ ਬਗੈਰ ਤੇ ਕੋਈ ਗੱਲ ਹੀ ਨਹੀਂ ਹੁੰਦੀ। ਤੁਸੀਂ ਪਾਰਟੀ ਚਲੇ ਜਾਓ, ਉੱਥੇ ਕੋਈ ਬੰਦਾ ਮੇਰੇ ਮਤਲਬ
ਮੈਂ ਨਹੀਂ ਕਹਿੰਦਾ, ਮੈਂ ਪਹਿਲਾਂ ਨਹੀਂ ਪੀਂਦਾ ਸੀਗਾ, ਰੱਬ ਦੀ ਮਿਹਰ ਰਹੀ, ਮੈਂ 20 ਸਾਲ ਤੋਂ ਮੈਂ ਛੱਡੀ ਹੋਈ ਹੈ। ਤੇ ਮੈਂ ਕਿਹਾ ਯਾਰ ਹੁਣ ਜਾ ਕੇ ਉੱਥੇ ਤੁਸੀਂ ਜਾਓ ਤੇ ਸਾਡੇ ਵਰਗੇ ਉੱਥੇ ਜਾਂਦੇ ਨੇ ਤੇ ਕਹਿੰਦੇ ਯਾਰ ਤੂੰ ਤਾਂ ਸਰਦਾਰ ਹੀ ਨਹੀਂ ਹੈਗਾ ਜਿਹੜੇ ਗਲਾਸੀ ਨਹੀਂ ਫੜੀ ਹੋਈ। ਉਹ ਮੈਂ ਕਿਹਾ ਚਲੋ ਸਾਡੇ ਵਰਗੇ ਵੀ ਹੈਗੇ। ਸੋ ਬਟ ਇਹਦਾ ਜਿਹੜਾ ਨੁਕਸਾਨ ਹੈ ਨਾ, ਉਹ ਹੁਣ ਸਾਨੂੰ ਵੇਖਣ ਨੂੰ ਆ ਰਿਹਾ ਜੀ ਜੀ, ਕਿ ਵੀ ਇਹ ਜਿਹੜਾ ਮਾਨਸਿਕ ਤੌਰ ਤੇ ਜਿਹੜਾ ਬੱਚਾ ਨਾ ਛਵੀ ਬਣ ਗਈ ਇੱਕ ਨਾਲੇ। ਹਾਂ, ਕਿ ਵੀ ਕਿ ਵੀ ਨਸ਼ਾ ਇੱਕ ਐਕਸੈਪਟੇਬਲ ਚੀਜ਼ ਹੈ। ਬਿਲਕੁਲ। ਹੁਣ ਨਸ਼ਾ ਕਿੱਥੇ ਤੱਕ ਦਾ ਨਸ਼ਾ, ਹੁਣ ਇਹ ਤੇ ਸਾਡੇ ਮੂਹਰੇ ਹੀ ਹੈ। ਇਹਦੇ ਵਿੱਚ ਵੀ ਕਲੀਅਰ ਹੈ ਨਾ ਕਿ ਇਹ ਕੁਝ ਸਟੱਡੀਜ਼ ਵੀ ਕਹਿੰਦੀਆਂ, ਕਹਿੰਦੇ ਬੰਦਾ ਪਹਿਲਾਂ ਬੀਅਰ ਪੀਣੀ ਸ਼ੁਰੂ ਕਰਦਾ, ਫਿਰ ਸ਼ਰਾਬ, ਜਦੋਂ ਉਹਦਾ ਨਸ਼ਾ ਹੋਣਾ ਘਟ ਜਾਂਦਾ ਫਿਰ ਉਹ ਹੋਰ ਨਸ਼ੇ ਲੱਭਦਾ, ਤੇ ਇਸੇ ਕਰਕੇ ਉਹ ਜ਼ਿਆਦਾ। ਮੇਰਾ ਇੱਕ ਦੋਸਤ ਆਇਆ ਸੀਗਾ ਜੀ ਕੁਝ ਸਾਲ ਪਹਿਲਾਂ ਬਾਹਰੋਂ ਜੀ, ਕਹਿੰਦਾ ਮੈਂ ਆਪਣੇ ਪਿੰਡ ਗਿਆ। ਉਸ ਟਾਈਮ ਬੜੀ ਪੁਰਾਣੀ ਗੱਲ ਹੈ ਕਿ ਐਂਬੈਸਡਰ ਹੁੰਦੀਆਂ ਸੀਗੀਆਂ, ਆਫੀਸ਼ੀਅਲ ਗੱਡੀਆਂ ਐਂਬੈਸਡਰ, ਤੇ ਕਹਿੰਦਾ ਜੀ ਉਹਨਾਂ ਨੇ ਜਦੋਂ ਐਂਬੈਸਡਰ ਮੈਂ ਜਾ ਕੇ ਦੇਖੇ ਕਿ ਕੁਝ ਬੱਚੇ ਬੈਠੇ ਸੀਗੇ ਧੁੱਪੇ ਜੀ, ਤੇ ਮੈਂ ਗੱਡੀ ਖੜੀ ਕੀਤੀ ਤੇ ਉਹਨਾਂ ਨੂੰ ਹਾਕ ਮਾਰਿਆ ਤੇ ਉਹ ਭੱਜ ਗਏ ਕਿ ਵੀ ਕੋਈ ਅਫੀਸ਼ੀਅਲ ਜਾ ਆਇਆ, ਕੋਈ ਸਰਕਾਰੀ ਬੰਦਾ ਆਇਆ। ਤੇ ਜਦੋਂ ਉਹਨਾਂ ਨੇ ਦੇਖਿਆ ਕਿ ਵੀ ਚਲੋ ਨਹੀਂ ਹੈ ਤੇ ਕੋਈ ਹੋ ਰਹੀ ਹੈ, ਤੇ ਫਿਰ ਉਹ ਵਾਪਸ ਜਾ ਗਏ। ਤੇ ਫਿਰ ਉਹਨਾਂ ਨੇ ਪੁੱਛਿਆ ਤੁਸੀਂ ਭੱਜੇ ਕਿਉਂ ਬਈ? ਕਹਿੰਦਾ ਜੀ ਅਸੀਂ ਨਾ ਬੂਟ ਪਾਲਿਸ਼ ਆਪਣੇ ਸਿਰ ਤੇ ਲਾਇਆ ਹੋਇਆ ਸੀਗਾ, ਕਿਉਂਕਿ ਸਾਨੂੰ ਕਿਸੇ ਨੇ ਦੱਸਿਆ ਕਿ ਬੂਟ ਪਾਲਿਸ਼ ਲਾ ਕੇ ਤੁਸੀਂ ਧੁੱਪੇ ਬੈਠੋ ਤੇ ਤੁਹਾਨੂੰ ਨਸ਼ਾ ਆਉਂਦਾ। ਦੇਖੋ ਕਿੰਨੀ ਮਾੜੀ ਹਾਲਤ। ਪਹਿਲੀ ਗੱਲ ਤੇ ਤੁਸੀਂ ਆਪਣੇ ਸਿਰ ਸੁਰ ਚਲੋ ਮਨਾ ਲਏ, ਸਰਦਾਰਾਂ ਦੇ ਬੱਚੇ ਸੀਗੇ, ਸਿਰ ਮਨਾ ਲਏ। ਉਹੀ ਜਿਹੜੀ ਕੇਸ ਜਿਹੜੀ ਗੁਰੂ ਸਾਹਿਬ ਦੀ ਤੁਹਾਡੀ ਦੇਣ ਸੀਗੀ ਪਿਆਰ ਦੀ, ਤੁਸੀਂ ਉਹਦੇ ਉੱਤੇ ਬੂਟ ਪਾਲਿਸ਼ ਮਲ ਕੇ ਤੁਸੀਂ ਉਹ ਨਸ਼ਾ ਤੁਸੀਂ ਉਸ ਚੀਜ਼ ਤੋਂ ਲੈਣਾ ਤੁਸੀਂ ਪ੍ਰੇਰ ਰਹੇ ਸੀਗੇ। ਕੀ ਮਤਲਬ ਤੁਸੀਂ ਕਿੱਥੇ ਅਸੀਂ ਪਹੁੰਚ ਗਏ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਸ ਚੀਜ਼ ਨੂੰ ਢਲ ਪਾਉਣ ਲਈ ਨਾ ਜਦ ਤਾਈਂ ਸਖਤੀ ਨਹੀਂ ਨਾ ਹੋਏਗੀ ਜੀ, ਕਿ ਦੇਖੋ ਇਹ ਵੀ ਗੱਲ ਸਪਸ਼ਟ ਹੈ, ਦੁਨੀਆ ਭਰ ਦੇ ਬੰਦੇ ਕਹਿੰਦੇ ਨੇ ਕਿ ਜਿੱਥੇ ਡਰੱਗਸ ਨੇ ਨਾ ਉੱਥੇ ਪੋਲੀਟੀਸ਼ੀਅਨ ਤੇ ਆਪਣਾ ਤੁਹਾਡਾ ਪੁਲਿਸ ਦਾ ਨੈਕਸਸ ਜ਼ਰੂਰੀ ਹੈ, ਉਹਦੇ ਬਗੈਰ ਨਹੀਂ ਹੋ ਸਕਦਾ। ਪੁਲਿਸ ਜੇ ਚਾਹੇ, ਉਹਨਾਂ ਨੂੰ ਹਰ ਇੱਕ ਬੰਦੇ ਦਾ ਚੱਪਾ ਪਤਾ ਹੁੰਦਾ ਕਿ ਵੀ ਬੰਦਾ ਕਿੰਨੇ ਜੋਗਾ ਤੇ ਕੌਣ ਵੇਚਦਾ, ਇਹ ਫੜਨ ਨੂੰ there is no problem। ਇਹ ਪੁਲਿਸ ਦਾ ਕੰਮ ਹੀ ਹੁੰਦਾ, ਇੰਟੈਲੀਜੈਂਸ ਦਾ ਕੰਮ ਹੁੰਦਾ। ਸੋ ਇਹ ਤੇ ਇਹਨਾਂ ਕੋਲ ਹੁੰਦੀ ਹੈ। ਬਟ ਅਗਰ ਤੁਸੀਂ ਮਤਲਬ ਉਦਾਂ ਹੀ ਤੁਸੀਂ ਕਹੀ ਜਾਓ ਹਾਂਜੀ ਕਰ ਰਹੇ ਹਾਂ ਜੀ ਅਸੀਂ ਜੀ 171 ਕਿਲੋ ਜੀ ਅੱਜ ਪੌਪੀ ਫੜ ਲਈ, ਤੁਸੀਂ ਅਖਬਾਰ ਪੜ੍ਹ ਲੈਂਦੇ ਅਸੀਂ ਜੀ 1 ਕਿਲੋ ਅਸੀਂ ਹੈਰੋਇਨ ਫੜ ਲਈ, ਯਾਰ ਇਹ ਸਾਰੀ ਤੋਂ ਫੜ ਲਈ ਤੇ ਫਿਰ ਹੁਣ ਕੀ ਹੋ ਰਿਹਾ। ਹੁਣ ਅੱਜ ਦੀ ਡੇਟ ਵਿੱਚ ਜਦ ਤਾਈਂ ਸਖਤੀ ਨਹੀਂ ਨਾ ਵਰਤੀ ਜਾਏਗੀ ਤਦ ਤਾਈਂ ਨਸ਼ਾ ਨਹੀਂ ਹੋਏਗਾ, ਖਤਮ ਹੋਏਗਾ। ਐਂਡ ਮੋਰ ਇੰਪੋਰਟੈਂਟਲੀ ਮੇਰੇ ਹਿਸਾਬ ਨਾਲ ਸਾਨੂੰ ਇੱਥੇ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਉਹ ਜੌਬਸ ਕਿੱਦਾਂ ਕ੍ਰੀਏਟ ਕਰ। ਸਰ ਤੁਸੀਂ ਕਿਉਂਕਿ ਤੁਹਾਡਾ ਲੰਮਾ ਤਜਰਬਾ ਹੋ ਗਿਆ, ਤੁਸੀਂ ਵੱਖ-ਵੱਖ ਸਰਕਾਰਾਂ ਪੰਜਾਬ ਦੇ ਵਿੱਚ ਬਣਦੀਆਂ ਵੇਖੀਆਂ ਨੇ, ਲੱਗਦਾ ਕਿ ਅੱਜ ਤੱਕ ਸਾਨੂੰ ਕੋਈ ਵਿਜ਼ਨਰੀ ਮੁੱਖ ਮੰਤਰੀ ਜਾਂ ਵਿਜ਼ਨਰੀ ਆਗੂ ਨਹੀਂ ਮਿਲੇ, ਇਸੇ ਕਰਕੇ ਅਸੀਂ ਨਾ ਹਾਲਾਤਾਂ ਸਾਨੂੰ ਮਿਲੇ ਨੇ ਪੋਲੀਟੀਸ਼ੀਅਨਸ, ਸਾਨੂੰ ਸਟੇਟਸਮੈਨ ਨਹੀਂ ਮਿਲੇ। ਇਹ ਫਰਕ ਹੈਗਾ। ਜਿਹੜਾ ਬੰਦਾ ਪੰਜਾਬ ਬਾਰੇ ਪਹਿਲਾਂ ਸੋਚੇ ਤੇ ਆਪਣੀ ਅਗਲੀ ਜਿਹੜੀ ਇਲੈਕਸ਼ਨ ਬਾਰੇ ਘੱਟ ਸੋਚੇ, ਉਹ ਸਾਨੂੰ ਚਾਹੀਦਾ ਸੀਗਾ। ਉਹ ਸਾਡੇ ਕੋਲ ਨਹੀਂ ਆਏ। ਉਹ ਹਮੇਸ਼ਾ ਸਮਝਦੇ ਰਹੇ ਕਿ ਵੀ ਅਗਲੀ ਇਲੈਕਸ਼ਨ ਅਸੀਂ ਕਿੱਦਾਂ ਜਿੱਤਣੀ ਹੈ। ਸੋ ਉਹਦੇ ਵਿੱਚ ਉਹ ਇਹੋ ਜਿਹੇ ਫੈਸਲੇ ਜਿਹੜੇ ਕਿ ਜ਼ਰੂਰੀ ਨੇ ਅੱਜ ਦੀ ਡੇਟ ਵਿੱਚ, ਉਹ ਨਹੀਂ ਲੈ ਸਕੇ। ਜੇ ਅਗਰ ਉਹ ਫੈਸਲੇ ਲੈਂਦੇ ਤੇ ਸਵਾਲ ਨਹੀਂ ਪੈਦਾ ਹੁੰਦਾ ਕਿ ਵੀ ਮਤਲਬ ਲੋਕੀ ਫਿਰ ਕਿਰਤ ਵੱਲ ਨਾ ਆਪਣਾ ਰੁਝਾਵ ਕਰ। ਤੁਸੀਂ ਇੱਕ ਬੜੀ ਅਹਿਮ ਗੱਲ ਕਹੀ ਕਿ ਬਿਊਰੋਕਰੈਟਸ ਜਿਹੜੇ ਹੁੰਦੇ ਅਫਸਰਸ਼ਾਹ ਹੁੰਦੇ ਨੇ, ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਪੋਲੀਟੀਸ਼ੀਅਨਸ ਜਿਹੜੇ, ਚਲੋ ਆਪਾਂ ਇਹ ਵੀ ਮੰਨਦੇ ਕਿ ਨਵੀਂ ਪਾਰਟੀ ਆ ਗਈ, ਉਹਨਾਂ ਨੂੰ ਤਾਂ ਜਮਾਂ ਹੀ ਨਹੀਂ ਪਤਾ ਹੁੰਦਾ ਕਿ ਸਰਕਾਰ ਕਿਵੇਂ ਚੱਲਦੀ ਹੈ ਜਾਂ ਸਟੇਟ ਕਿਵੇਂ ਚੱਲਦੀ ਹੈ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਪਰ ਜਿਹੜਾ ਬਿਊਰੋਕਰੈਟ ਹੁੰਦਾ, ਜਿਹੜਾ ਦੁਨੀਆ ਪੜ੍ਹ ਕੇ ਆਇਆ, ਉਹਨੇ ਵੱਖ-ਵੱਖ ਸਟੱਡੀਜ਼ ਕੀਤੀਆਂ ਨੇ, IAS ਅਫਸਰ ਦਾ ਇਮਤਿਹਾਨ ਕਲੀਅਰ ਕਰਨਾ ਹੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਚੁਣੌਤੀ ਹੁੰਦੀ ਹੈ। ਉਹ ਸਾਰਾ ਕੁਝ ਸਿੱਖ ਕੇ ਆਇਆ ਹੁੰਦਾ। ਲੱਗਦਾ ਕਿ ਉਹਨਾਂ ਦੇ ਹੱਥ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਪੰਜਾਬ ਲਈ, ਕਿਉਂਕਿ ਖੇਤੀ ਆਧਾਰ ਸੀਗਾ ਤੇ ਇਹਦੇ ਲਈ ਐਗਰੋ ਇੰਡਸਟਰੀਆਂ ਲੱਗਣੀਆਂ ਚਾਹੀਦੀਆਂ ਸੀ, ਇਹਦਾ ਕੋਈ ਚਰਚਾ ਨਹੀਂ। ਬਿਲਕੁਲ ਮੈਂ ਮੰਨਦਾ ਇਹ ਗੱਲ ਕਿ ਬਿਊਰੋਕਰੈਟਸ ਕਈਆਂ ਨੇ ਸੋਚਿਆ ਵੀ ਹੋਣਾ, ਗਏ ਵੀ ਹੋਣਗੇ ਆਪਣੇ ਮੰਤਰੀਆਂ ਕੋਲ, ਆਪਣੇ ਸਰਕਾਰ ਕੋਲ, ਬਟ ਅਗੇਨ ਉੱਥੇ ਸ਼ਾਇਦ ਉਹ ਮਤਲਬ ਉਹ ਕਲੈਸ਼ ਹੋ ਗਿਆ ਹੋਣਾ ਹੈ ਬਿਟਵੀਨ ਪੋਲਿਟਿਕਸ ਐਂਡ ਕਿ ਵੀ ਅਸੀਂ ਇੱਥੇ ਕੀ ਕਰ ਸਕਦੇ ਹਾਂ, ਕਿ ਵੀ ਅੱਛਾ ਇਹ ਕਰਾਂਗੇ ਤੇ ਇਹਦੇ ਵਿੱਚ ਸਾਡੀ ਵੋਟਾਂ ਘਟਦੀਆਂ ਨੇ, ਫਿਰ ਉਹ ਰਹਿ ਗਿਆ। ਸੋ ਮੈਂ ਨਹੀਂ ਕਹਿੰਦਾ ਉਹੀ ਗੱਲ ਜਿਹੜੀ ਬਿਊਰੋਕਰੇਸੀ ਸੀਗੀ, ਮੈਂ ਤੁਹਾਨੂੰ ਨਵੀਨ ਪਟਨਾਇਕ ਦੀ ਗੱਲ ਕੀਤੀ, ਨਿਤਿਸ਼ ਕੁਮਾਰ ਦੀ ਗੱਲ ਕਰ ਰਿਹਾ ਸੀਗਾ। ਨਿਤਿਸ਼ ਕੁਮਾਰ ਵੀ ਸਾਨੂੰ ਸਿਰਫ ਆਪਣੇ ਬਿਊਰੋਕਰੇਟਸ ਨਾਲ ਨਹੀਂ ਮਿਲਾਇਆ ਸੀਗਾ। ਜਦੋਂ ਅਸੀਂ ਗਏ ਉੱਥੇ, ਉਹਦਾ ਚੀਫ ਸੈਕਟਰੀ, ਉਹਦਾ ਪ੍ਰਿੰਸੀਪਲ ਸੈਕਟਰੀ ਟੂਰਿਜ਼ਮ, ਪੁਲਿਸ ਕਮਿਸ਼ਨਰ ਪਟਨਾ, ਉਹ ਸਾਰੇ ਸਾਡੇ ਨਾਲ ਬੈਠੇ ਸੀ, ਕੋਈ ਪੋਲੀਟੀਸ਼ੀਅਨ ਨਹੀਂ ਵਿੱਚ ਸੀਗਾ। ਸੋ ਮੇਰਾ ਕਹਿਣ ਦਾ ਮਤਲਬ ਬਿਊਰੋਕਰੇਟਸ ਦਾ ਇੱਕ ਬਹੁਤ ਅਹਿਮ ਰੋਲ ਹੈ। ਬਿਊਰੋਕਰੇਟਸ ਜੇ ਚਾਹਣ ਤੇ ਉਹਨਾਂ ਨਾਲ ਅਗਰ ਉਹਨਾਂ ਨੂੰ ਸਪੋਰਟ ਮਿਲੇ ਗਵਰਨਮੈਂਟ ਦੀ, ਤੇ ਮੇਰਾ ਖਿਆਲ ਹੈ ਕੋਈ ਮਤਲਬ ਹੀ ਨਹੀਂ ਹੈ ਕਿ ਵੀ ਸਟੇਟ ਤਰੱਕੀ ਨਾ ਕਰ ਸਕੇ। ਸਰ ਇੱਕ ਸਿੱਖੀ ਨੂੰ ਲੈ ਕੇ, ਜਿਵੇਂ ਤੁਸੀਂ ਸਿੱਖੀ ਵਿਸ਼ੇ ਨੂੰ ਲੈ ਕੇ ਤੁਸੀਂ ਹਮੇਸ਼ਾ ਚਿੰਤਤ ਰਹਿੰਦੇ ਹੋ ਵੀ ਅਸੀਂ ਜਿਨ੍ਹਾਂ ਹਾਲਾਤਾਂ 'ਚ ਪਹੁੰਚੇ ਹਾਂ,
ਸਾਡੀਆਂ ਜਿਹੜੀਆਂ ਸਿਰਮੌਰ ਸੰਸਥਾਵਾਂ ਨੇ ਉਹਨਾਂ ਦੇ ਹੱਥ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ। ਲੱਗਦਾ ਕਿ ਸਮੇਂ-ਸਮੇਂ ਤੇ ਉਹਨਾਂ ਦੇ ਵਿੱਚ ਵੀ ਨਿਘਾਰ ਆਇਆ, ਇਸੇ ਕਰਕੇ ਬੱਚੇ ਲਗਾਤਾਰ ਪਤਤਪੁਣੇ ਵੱਲਾਂ ਜਾ ਰਹੇ ਨੇ, ਕੇਸ ਕਤਲ ਕਰਵਾ ਰਹੇ ਨੇ, ਜਾਂ ਨਵੀਂ ਗਾਇਕੀ ਦਾ ਉਹਨਾਂ ਤੇ ਉਸ ਤਰੀਕੇ ਦਾ ਪ੍ਰਭਾਵ ਹੋ ਰਿਹਾ, ਫਿਲਮਾਂ ਦਾ ਅਸਰ ਹੋ ਰਿਹਾ। ਸਾਰੀਆਂ ਚੀਜ਼ਾਂ ਤੁਸੀਂ ਕਿਸ ਤਰੀਕੇ ਨਾਲ ਐਨਾਲਿਸਿਸ ਕਰਦੇ ਹੋ? ਬਿਲਕੁਲ, ਦੇਖੋ ਜੀ ਗੱਲ ਇੱਦਾਂ ਹੈ ਕਿ ਅਸੀਂ ਇੱਥੇ ਤੱਕ ਪਹੁੰਚ ਗਏ ਹਾਂ ਕਿ ਪਿੰਡਾਂ 'ਚ ਤੇ 15-15 12-12 ਗੁਰਦੁਆਰੇ ਬਣ ਗਏ ਮੰਡੀਆਂ ਕਰਕੇ। ਸੋ ਇਹ ਕਾਹਦੀ ਸਿੱਖੀ ਜੀ? ਇੱਕ ਪਾਸੇ ਅਸੀਂ ਕਹਿੰਦੇ ਹਾਂ ਜੀ ਸਰਬ ਸਾਂਝੀਵਾਲਤਾ, ਇੱਕ ਅਸੀਂ ਭਾਈਚਾਰਕ ਸੰਬੰਧ ਦੀ ਆਪਾਂ ਗੱਲ ਕਰਦੇ ਹਾਂ। ਪਿੰਡਾਂ 'ਚ ਤੇ ਇਹੋ ਜਿਹਾ ਕੋਈ ਮਾਹੌਲ ਹੈ ਨਹੀਂ, ਠੀਕ ਹੈ ਨਾ। ਜਦੋਂ ਕਿਸਾਨੀ ਮੋਰਚਾ ਸੀਗਾ, ਮੈਂ ਇੱਕ ਬੀਬਾ ਨਾਲ ਮੈਂ ਗੱਲ ਕਰ ਰਿਹਾ ਸੀ ਹੈਦਰਾਬਾਦ, ਉੱਥੋਂ ਦੀ ਹੈ, ਉੱਥੇ ਪਤਾ ਕਰਨ ਲਈ ਕਿ ਵੀ ਉੱਥੇ ਕਿਸਾਨ ਕੀ ਕਰ ਰਹੇ ਨੇ। ਕਹਿੰਦੇ ਦੇਖੋ ਗੁਰਪ੍ਰੀਤ ਜੀ, ਇੱਥੇ ਤੇ ਸਾਡੀ ਕੋਈ MSP ਆਏਗੀ ਨਹੀਂ, ਸੋ ਇੱਥੇ ਸਾਡੇ ਕਿਸਾਨ ਜਿਹੜੇ ਨੇ ਉਹ ਕੋਕੋ ਗਰੋ ਕਰਦੇ ਨੇ, ਤੇ ਹਰ ਇੱਕ ਪਿੰਡ ਨੇ ਆਪਣੀ ਮੰਡੀ ਬਣਾਈ ਹੋਈ ਹੈ, ਹਰ ਇੱਕ ਪਿੰਡ ਨੇ ਆਪਣਾ ਇੱਕ ਥੜਾ ਬਣਾਇਆ ਹੋਇਆ। ਕਿਸਾਨ ਆਪਣੀ ਆ ਕੇ ਫਸਲ ਉੱਥੇ ਸੁੱਟਦਾ ਜੀ, ਉਹ ਕਿਉਂਕਿ ਉਹ ਵੋਲਿਊਮ ਚ ਆ ਜਾਂਦੀ ਹੈ, ਤੇ ਬਾਏ ਫੋਰ ਵਰਚੂ ਕਿ ਵੀ ਇੱਕ ਵੋਲਿਊਮ ਦੀ ਚੀਜ਼ ਆਵੇ ਤਾਂ ਉਹਨਾਂ ਨੂੰ ਰੇਟ ਵੀ ਵੱਧ ਮਿਲ ਜਾਂਦਾ ਹੈ। ਜਿਹੜਾ ਖਰੀਦਦਾਰ ਹੈਗਾ ਇੱਕ ਥਾਂ ਤੇ ਉਹਨੂੰ ਵੱਧ ਮਿਲ ਗਿਆ ਤਾਂ ਉਹ ਰੇਟ ਵੀ 4 ਪੈਸੇ ਵੱਧ ਦੇਣ ਨੂੰ ਤਿਆਰ ਹੋ ਜਾਂਦਾ ਹੈ। ਸੋ ਕਹਿੰਦਾ ਉਹ ਖਰੀਦਦਾਰ ਉਹ ਵੱਧ ਪੈਸੇ ਤੇ ਵੀ ਵਿਕ ਜਾਂਦੀ ਸੀਗੀ, ਤੇ ਫਿਰ ਉਹ ਆਪਣੇ ਆਪਣੀ ਲੈ ਜਾਂਦੇ ਸੀਗੇ ਜਿਨ੍ਹਾਂ ਨੇ ਜਿੰਨੀ ਛੁੱਟੀ ਹੋਈ ਸੀਗੀ। ਤੇ ਮੈਂ ਕਿਹਾ ਫਿਰ ਬਟ ਇੱਥੇ ਅਸੀਂ ਕਰ ਨਹੀਂ ਸਕਦੇ। ਇੱਥੇ ਤੁਸੀਂ ਦੇਖੋ ਕਿਹੜਾ ਪਿੰਡ ਕਹੇਗਾ ਕਿ ਜੀ ਅਸੀਂ ਇੱਕ ਥੜਾ ਬਣਾਉਂਦੇ ਹਾਂ ਤੇ ਹਰ ਇੱਕ ਮੇਰਾ ਜ਼ਿਮੀਂਦਾਰ ਵੀਰ ਹੈ ਕਿਸਾਨ ਆ ਕੇ ਕਹੇਗਾ ਜੀ ਮੈਂ ਫਸਲ ਆਪਣੀ ਇੱਥੇ ਸੁੱਟਦਾ। ਉਹ ਕਹਿੰਦੇ ਜੀ ਮੇਰੀ ਫਸਲ ਵਧੀਆ ਸੀਗੀ ਜੀ, ਇਹਦੀ ਕਰ। ਇਹ ਜਿਹੜੀ ਚੀਜ਼ਾਂ ਨੇ ਨਾ, ਇੱਥੇ ਅਸੀਂ ਮਾਰ ਖਾਂਦੇ ਹਾਂ। ਸੋ ਇਹਦੇ ਵਿੱਚ ਸਿੱਖੀ ਦਾ ਜਿਹੜਾ ਲਾਈਕ ਆਈ ਟੋਲਡ ਯੂ, ਜਿਹੜੀ ਗੱਲ ਮੈਂ ਪਹਿਲਾਂ ਕੀਤੀ ਸੀਗੀ ਕਿ ਅਸੀਂ ਗੁਰੂ ਤੋਂ ਟੁੱਟ ਗਏ ਹਾਂ। ਉਹ ਮਤਲਬ ਮੈਂ 86 ਦੀ ਗੱਲ ਕਰ ਰਿਹਾ, ਜਦੋਂ ਮੈਂ ਪਿੰਡ ਵਾਪਸ ਗਿਆ ਸੀਗਾ ਅੰਮ੍ਰਿਤਸਰ ਜ਼ਿਲ੍ਹੇ 'ਚ, ਉੱਥੇ ਬੰਬੀ ਚੱਲਦੀ ਸੀਗੀ ਕਿਸੇ ਦੀ, ਬੰਦ ਹੋ ਗਈ, ਰਾਤ ਨੂੰ ਬੱਤੀ ਨਹੀਂ ਰਹੀ। ਉਹ ਨਾ ਆਪਣੀ ਬੰਬੀ ਬੰਦ ਹੋਣ ਕਾਰਨ ਜੇ ਨਾਲ ਦੀ ਚਲਦੀ ਹੋਵੇ ਨਾ, ਤੇ ਮੇਰੇ ਭਾਈ ਨੂੰ, ਹਾਲਾਂਕਿ ਸੇਮ ਪਿੰਡ ਦੇ ਹੋਣਗੇ ਭਰਾ ਨਹੀਂ, ਬਟ ਚਲੋ ਭਰਾ ਵੀ ਹੁਣ ਇੱਥੇ ਦੂਜੇ ਦੇ ਦੁਸ਼ਮਣ ਬਣ ਜਾਂਦੇ ਨੇ। ਉਹ ਦੂਜੇ ਦੀ ਬੰਬੀ ਵੇਖ ਕੇ ਉਹਨੂੰ ਈਰਖਾ ਹੁੰਦੀ ਸੀ, ਯਾਰ ਇਹਦੀ ਤੇ ਚੱਲ ਰਹੀ ਹੈ, ਮੇਰੀ ਰਾਤ ਬੰਦ ਰਹੀ। ਉਹ ਭਾਈ ਤੇਰੀ ਬੰਦ ਰਹੀ ਹੈ, ਕੋਈ ਫਾਲਟ ਪੈ ਗਿਆ ਤੂੰ ਉਹਨੂੰ ਠੀਕ ਕਰਾ ਲੈ। ਉਹ ਖਿਆਲ ਨਹੀਂ ਹੈ ਜੀ, ਈਰਖਾ ਵਾਲਾ ਖਿਆਲ ਹੈ। ਸੋ ਇਹ ਸਾਰਾ ਕੁਝ ਹੁੰਦਾ ਹੈ ਜਦੋਂ ਤੁਸੀਂ ਸੰਤੁਸ਼ਟ ਨਹੀਂ ਹੁੰਦੇ, ਜਦੋਂ ਤੁਸੀਂ ਗੁਰੂ ਦੀ ਗੱਲ ਦੇ ਉੱਤੇ ਤੁਸੀਂ ਵਿਸ਼ਵਾਸ ਨਹੀਂ ਰੱਖਦੇ ਕਿ ਵੀ ਹਰ ਇੱਕ ਚੀਜ਼ ਦੇ ਹੁਕਮ ਚੱਲ ਰਹੀ ਹੈ। ਠੀਕ ਹੈ, ਅੱਜ ਤੇਰੀ ਖਰਾਬ ਹੋ ਗਈ, ਡਸਨਟ ਮੈਟਰ, ਤੇਰੀ ਕੱਲ ਚੱਲ ਜਾਏਗੀ ਜੀ। ਔਰ ਜਿੰਨੀ ਫਸਲ ਗੁਰੂ ਨੇ ਤੈਨੂੰ ਦੇਣੀ ਹੈ ਉਨੀ ਤੈਨੂੰ ਮਿਲਣੀ ਹੈ। ਕੋਈ ਨਹੀਂ, ਤੇ ਜਿੰਨੀ ਨਹੀਂ ਮਿਲਣੀ ਉਹ ਵੀ ਤੈਅ ਹੈ। ਵੈਸੇ ਲੱਗਦਾ ਕਿ ਸਬਰ ਵੀ ਖਤਮ ਹੋ ਗਿਆ ਲੋਕਾਂ 'ਚ। ਉਹ ਤਾਂ ਮੈਂ ਕਹਿ ਰਿਹਾ ਨਾ, ਸੰਤੁਸ਼ਟਤਾ ਖਤਮ ਹੋ ਗਈ, ਸਬਰ ਖਤਮ ਹੋ ਗਿਆ। ਉਹ ਜਿਹੜਾ ਹੈ ਨਾ, ਠੀਕ ਹੈ, ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਕਿ ਤੁਸੀਂ ਐਂਬੀਸ਼ੀਅਸ ਰਹੋ। ਐਂਬੀਸ਼ਨ ਇਜ਼ ਨਾਟ ਅ ਬੈਡ ਥਿੰਗ। ਬਿਲਕੁਲ, ਐਂਬੀਸ਼ਨ ਹੋਣਾ ਠੀਕ ਹੈ, ਜੇ ਐਂਬੀਸ਼ੀਅਸ ਹੋਗਾ ਤਾਂ ਹੀ ਬੰਦਾ ਕੁਝ ਰਹੋ, ਪਰ ਤੁਸੀਂ ਸਹੀ ਤਰੀਕੇ ਨਾਲ ਰਹੋ। ਤੁਸੀਂ ਕਿਰਤ ਕਰੋ, ਗੁੱਡ ਓਨੈਸਟ ਹਾਰਡ ਵਰਕ, ਤੁਸੀਂ ਮਿਹਨਤ ਮੁਸ਼ੱਕਤ ਕਰੋ, ਉਹਦੇ ਨਾਲ ਤੁਸੀਂ ਆਪਣੇ ਆਪ ਨੂੰ ਫਲਾਓ, ਹੋਰ ਵਧੋ। ਉਹ ਪ੍ਰੋਬਲਮ ਠੀਕ ਹੈ, ਹਰ ਇੱਕ ਬੰਦੇ ਦੇ ਵਿੱਚ ਹੁੰਦਾ, ਕਰੋ ਜ਼ਰੂਰ, ਪਰ ਇਹ ਨਹੀਂ ਕਿ ਵੀ ਦੂਜੇ ਦੀ ਢਿੱਡ ਦੇ ਉੱਤੇ ਤੁਸੀਂ ਲੱਤ ਮਾਰ ਕੇ ਦੇਖੋ ਜੀ ਮੈਂ ਹੁਣ ਉਹਨੂੰ ਥੱਲੇ ਲਾ ਕੇ ਤੇ ਫਿਰ ਮੈਂ ਆਪਣੇ ਆਪ ਨੂੰ ਉੱਤੇ ਚੱਕਾਂ ਜੀ। ਇਹ ਬੰਦੇ ਇਟਸ ਅ ਕੰਪੀਟੀਟਿਵ ਵਰਲਡ ਹੈ। ਤੁਸੀਂ ਕਰੋ, ਤੁਸੀਂ ਜਿੰਨਾ ਤੁਹਾਡੇ ਵਿੱਚ ਹਿੰਮਤ ਹੈ, ਤੇ ਜੇ ਗੁਰੂ ਨੇ ਤੁਹਾਨੂੰ ਫਲ ਦੇਣਾ ਤੇ ਦੇ ਦੇਗਾ, ਤੇ ਜੇ ਗੁਰੂ ਨੇ ਤੁਹਾਨੂੰ ਫਲ ਨਹੀਂ ਵੀ ਦੇਣਾ ਤੇ ਉਹ ਵੀ ਤੁਸੀਂ ਸਵੀਕਾਰ ਕਰੋ। ਬਿਲਕੁਲ, ਸਬਰ ਰੱਖਣਾ ਜ਼ਰੂਰੀ ਹੈ। ਸਰ, ਅਖੀਰ ਤੇ ਜਿਸ ਤਰੀਕੇ ਨਾਲ ਅਸੀਂ ਜਿਨ੍ਹਾਂ ਹਾਲਾਤਾਂ 'ਚ ਹੈਗੇ, ਆਪਾਂ ਇਹੀ ਚਰਚਾ ਕਰ ਰਹੇ ਸੀਗੇ ਕਿ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ, ਉਹੀ ਇੱਥੇ ਰਹਿ ਰਹੇ ਜਿਨ੍ਹਾਂ ਦਾ ਦਾ ਨਹੀਂ ਲੱਗ ਰਿਹਾ, ਜਾਂ ਜਿਨ੍ਹਾਂ ਦਾ ਵਸ ਨਹੀਂ ਚੱਲ ਰਿਹਾ, ਜਾਂ ਜਿਨ੍ਹਾਂ ਤੋਂ ਪੈਸੇ ਦੀ ਕਮੀ ਹੈਗੀ। ਤਾਂ ਲੱਗਦਾ ਕਿ ਇਦਾਂ ਦਾ ਸਮਾਂ ਵੀ ਆਊਗਾ ਕਿ ਇਹ ਵਾਪਸ ਮੁੜਨਗੇ ਲੋਕ ਸਾਰੇ, ਜਿਸ ਤਰੀਕੇ ਦੇ? ਇੱਕ ਦੋ ਵੀਡੀਓਜ਼ ਹੁਣ ਪਿੱਛੇ ਮੈਂ ਦੇਖੀਆਂ ਨੇ, ਜਿੱਦਾਂ ਮੈਂ ਕਹਿ ਰਿਹਾ ਗਿਆਨ ਸਿੰਘ ਸੰਧੂ ਦੀ ਵੀ ਵੀਡੀਓ ਹੈ, ਲੋਕੀ ਸ਼ਾਇਦ ਉਹਨੂੰ ਵੀ ਦੇਖ ਕੇ ਸ਼ਾਇਦ ਥੋੜਾ ਜਿਹਾ ਸੰਭਲ ਜਾਣ। ਮੈਨੂੰ ਵੀ ਪਤਾ ਕਿ ਸਾਡੇ ਬੱਚੇ ਜਿਹੜੇ ਉੱਥੇ ਜਾ ਰਹੇ ਨੇ ਉਹ ਉੱਥੇ ਜਾ ਕੇ ਕੰਮ ਨਹੀਂ ਕਰ ਰਹੇ। ਮੇਰਾ ਥੋੜਾ ਜਿਹਾ ਸੰਪਰਕ ਹੈਗਾ ਕੈਨੇਡੀਅਨ ਕਾਉਂਸਲ ਜਨਰਲ ਵਾਲਿਆਂ ਨਾਲ ਇੱਥੇ, ਉਹ ਸਾਨੂੰ ਕਹਿੰਦੇ ਸਾਨੂੰ ਲੋੜ ਹੈ, ਸਾਡੀ ਘਾਟ ਹੈ ਉੱਥੇ, ਸਾਡੇ ਕੋਲ ਵਰਕਫੋਰਸ ਨਹੀਂ ਹੈ, ਪਰ ਸਾਨੂੰ ਚਾਹੀਦੇ ਨੇ, ਜਿੱਦਾਂ ਮੈਂ ਕਿਹਾ ਸੀ ਮੇਰੇ ਫਾਦਰ ਸਾਹਿਬ ਦਾ ਇਹ ਸੀਗਾ ਕਿ ਹੁਨਰਮੰਦ ਲੋਕ, ਜਿਹੜਾ ਬੰਦਾ ਹੁਨਰ ਨਾਲ ਜਾਏਗਾ ਨਾ ਉੱਥੇ ਕੰਮ ਕਰੇਗਾ। ਮੈਂ ਤੁਹਾਨੂੰ ਇੱਕ ਮਿਸਾਲ ਦੇ ਤੌਰ ਤੇ ਗੱਲ ਦੱਸਾਂ, ਮੇਰੇ ਆਪ ਜਿਹੜੇ ਮੇਰੇ ਇੱਥੇ ਕੰਮ ਕਰਦੇ ਸੀਗੇ ਸਾਡੇ ਘਰ ਦੇ ਵਿੱਚ, ਉਹਨਾਂ ਦਾ ਲੜਕਾ ਉਹ ਬਾਹਰ ਜਾਣਾ ਚਾਹੁੰਦਾ ਸੀਗਾ। ਉਹਨੇ ਪਤਾ ਕੀਤਾ ਕਿ ਵੀ ਕੀ ਕੁਛ ਨਹੀਂ ਹੈ। ਉਹਨੇ ਜਦੋਂ ਇੱਕ ਟਾਈਮ ਉਹਨੂੰ ਪਤਾ ਲੱਗਿਆ, ਉਹਨੇ ਰੇਲਵੇ ਦੀ ਵੀ, ਕਿਉਂਕਿ ਅਸੀਂ ਰੇਲਵੇ ਨੂੰ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ, ਉਹਨੇ ਰੇਲਵੇ ਦਾ ਇਮਤਿਹਾਨ ਦਿੱਤਾ, ITI ਕੀਤੀ ਵੈਲਡਿੰਗ, ਰੇਲਵੇ ਦਾ ਇਮਤਿਹਾਨ ਦਿੱਤਾ, ਪਾਸ ਹੋ ਗਿਆ, ਬਟ ਰੇਲਵੇ ਨੇ ਨੌਕਰੀਆਂ ਰੋਕਤੀਆਂ, ਸੋ ਨਹੀਂ ਗਿਆ। ਫਿਰ ਉਹਨੇ ਪਤਾ ਕੀਤਾ ਕਿ ਵੀ ਇਜ਼ਰਾਈਲ ਦੇ ਵਿੱਚ 올ਡ ਏਜ ਕੇਅਰ ਦੇ ਵਿੱਚ ਬੰਦੇ ਲੱਗੇ ਹੋਏ ਨੇ। ਉਹਨੇ ਫਿਰ ਮੈਡੀਕਲ ਦਾ ਕੰਮ ਕੀਤਾ, ਇੱਕ ਹਸਪਤਾਲ ਜੁਆਇਨ ਕੀਤਾ, ਉੱਥੇ ਪੂਰਾ ਕੋਰਸ ਕੀਤਾ। ਹੁਣ ਉਹ ਇਜ਼ਰਾਈਲ ਚਲਾ ਗਿਆ। ਅੱਜ ਦੀ ਡੇਟ ਵਿੱਚ ਉਹ ਆਪਣੇ ਮਾਪਿਆਂ ਨੂੰ ਉੱਥੋਂ
ਮਤਲਬ ਕੁਛ ਨਾ ਹੋਰ ਹੁੰਦੇ ਹੁੰਦੇ ਲੱਖ ਰੁਪਏ ਤੋਂ ਵੱਧ ਹਰ ਮਹੀਨੇ ਭੇਜ ਰਿਹਾ ਵਾਪਸ। ਆਪਣਾ ਉੱਥੇ ਵੀ ਠੀਕ ਠਾਕ ਰਹਿ ਰਿਹਾ, ਇੱਥੇ ਵੀ ਉਹਨਾਂ ਦਾ ਖਿਆਲ ਰੱਖ ਰਿਹਾ। ਕਿੰਨੀ ਵਧੀਆ ਗੱਲ ਹੈ, ਕਿਉਂਕਿ ਉਹ ਕੁਝ ਹੁਨਰ ਨਾਲ ਗਿਆ, ਬਿਲਕੁਲ ਸਿੱਖ ਕੇ ਗਿਆ ਕੁਝ ਜਿਹੜੀ ਉੱਥੇ ਲੋੜ ਹੈ। ਆਮ ਤੌਰ ਤੇ +2 ਤੋਂ ਬਾਅਦ ਹੀ ਬੱਚੇ ਭੇਜਦੇ ਨੇ, ਨਾ ਹੁਨਰ ਹੁੰਦਾ ਉਹਨਾਂ ਦੇ ਕੋਲ। +2 ਤੋਂ ਬਾਅਦ ਤੁਸੀਂ ਜਾਓ, ਪਰ ਉੱਥੇ ਪੜਨ ਜਾਓ, ਜਿਹੜੀ ਚੀਜ਼ ਉੱਥੇ ਲੋੜ ਹੈ ਫਿਰ ਤਾਂ ਠੀਕ ਹੈ। ਬਟ ਉਹ ਜਿਹੜੇ ਵਿਚਾਰੇ ਬੱਚੇ ਜਾ ਰਹੇ ਨੇ, ਉਹਨਾਂ ਕੋਲ ਪੜਨ ਲਈ ਵਸੀਲਾ ਨਹੀਂ ਹੈਗਾ, ਕਿਉਂਕਿ ਅਗਲੇ ਜਿਹੜੇ ਕੋਰਸ ਨੇ, ਅੱਛਾ ਉੱਥੇ ਜਿਹੜੇ ਇਹ ਵੀ ਮੈਂ ਸੁਣਨ ਚ ਆਇਆ ਕਿ ਜਿਹੜੇ ਉੱਥੇ ਜਿਹੜੀ ਫਲਾਈ ਬਾਈ ਨਾਈਟ ਕਾਲਜਸ ਬਣੇ ਹੋਏ ਨੇ ਨਾ, ਉਹਨਾਂ ਨੂੰ ਤਾਂ ਪੈਸੇ ਨਾਲ ਮਤਲਬ ਹੈ। ਸੋ ਕੀ ਕਰਦੇ ਨੇ, ਉਹ ਪਹਿਲੇ ਸਾਲ ਨਾ ਬੱਚੇ ਨੂੰ ਕਹਿ ਦਿੰਦੇ ਨੇ ਅਸੀਂ ਤੇਰਾ ਸਟੂਡੈਂਟ ਵੀਜ਼ਾ ਜਾਰੀ ਰੱਖਾਂਗੇ, ਤੂੰ ਨਾ ਅਸੀਂ ਕਹਿ ਦਾਂਗੇ ਤੈਨੂੰ ਅੰਗਰੇਜ਼ੀ ਨੂੰ ਕਰਤੀ ਤੂੰ ਅਗਲੇ ਸਾਲ ਦਾ ਵੀ ਉਹਨੂੰ ਫੀਸ ਉੱਥੇ ਦੇਣੀ ਪੈਂਦੀ ਹੈ। ਬਿਲਕੁਲ ਡ੍ਰੌਪ ਲੈ ਕੇ ਫਿਰ ਬੱਚੇ ਪਹਿਲਾਂ ਕਮਾਈ ਕਰਦੇ ਨੇ, ਫਿਰ ਪੜ੍ਹਾਈ ਕਰਦਾ ਹੈ, ਫਿਰ ਪੜ੍ਹਾਈ ਵੀ ਕਰਨਾ ਹੈ, ਫਿਰ ਆਪਣੇ ਆਪ ਨੂੰ ਸੰਭਾਲਣਾ ਵੀ ਹੈ। ਤੇ ਫਿਰ ਕਈ ਬੱਚੇ ਵਿਚਾਰੇ ਇਹੋ ਜਿਹਾ ਵੀ ਚਲੋ $8 ਤੇ ਵੀ ਕੰਮ ਕਰ ਲੈਣਗੇ ਸ਼ਾਇਦ, ਬਟ ਕਈ ਬੱਚੇ ਫਿਰ ਡਰੱਗਸ ਉੱਤੇ ਵਾਲੇ ਪਾਸੇ ਵੀ ਤੁਰ ਪੈਂਦੇ ਨੇ। ਸਰ ਜਿਹੜੇ ਹਾਲਾਤ ਬਣੇ ਹੋਏ ਨੇ, ਇਹਨਾਂ ਦਾ ਤੁਸੀਂ ਹੱਲ ਕਿਵੇਂ ਦੇਖਦੇ ਹੋ? ਕਿਉਂਕਿ ਹਰ ਵਾਰ ਲੋਕ ਕੋਸ਼ਿਸ਼ ਕਰਦੇ ਨੇ ਕਿ ਅਸੀਂ ਨਵੀਂ ਸਿਆਸੀ ਧਿਰ ਲਿਆਈਏ, ਉਹਨਾਂ ਤੋਂ ਆਸ ਰੱਖਦੇ ਨੇ। ਪਹਿਲਾਂ ਤਾਂ ਇਹ ਸੀਗਾ ਕਿ ਦੋ ਰਵਾਇਤੀ ਪਾਰਟੀਆਂ ਦੇ ਵਿੱਚ ਆਪਸ 'ਚ ਕੰਪੀਟੀਸ਼ਨ ਚੱਲਦਾ ਰਹਿੰਦਾ ਸੀਗਾ, ਫਿਰ ਇਹ ਵੀ ਚਰਚਾਵਾਂ ਸ਼ੁਰੂ ਹੋਈਆਂ ਕਿ ਉਹਨਾਂ ਦੀ ਆਪਸੀ ਅੰਡਰਸਟੈਂਡਿੰਗ ਆ, ਇੱਕ ਜਾਂਦਾ ਦੂਸਰਾ ਉਸੇ ਤਰੀਕੇ ਨਾਲ ਲੁੱਟਦਾ, ਜੇ ਦੂਸਰਾ ਜਾਂਦਾ ਪਹਿਲਾਂ ਉਸੇ ਤਰੀਕੇ ਨਾਲ ਲੁੱਟਦਾ ਹੈਗਾ। ਹੁਣ ਨਵੀਂ ਧਿਰ ਵੀ ਆਈ ਹੈਗੀ ਆ, ਕਰਨਾ ਕੀ ਚਾਹੀਦਾ? ਸਰਕਾਰ ਨੂੰ ਕੀ ਕਰਨਾ ਚਾਹੀਦਾ? ਕਿਸ ਤਰੀਕੇ ਨਾਲ ਇੱਥੇ ਮੌਕੇ ਪੈਦਾ ਹੋਣ ਜਾਂ ਕਿਸ ਤਰੀਕੇ ਦੇ ਹਾਲਾਤ ਬਣਨ ਤਾਂ ਜੋ ਇਹ ਜਿਹੜੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ, ਖਾਸ ਕਰਕੇ ਜਿੱਧਰਲੇ ਪਾਸੇ ਨੂੰ ਅਸੀਂ ਲਗਾਤਾਰ ਜਾ ਰਹੇ ਹਾਂ, ਉਹ ਨਾ ਹੋਣ ਉਸ ਤਰੀਕੇ? ਦੇਖੋ ਹੁਣ ਇੱਕ ਤੁਸੀਂ ਪੇਪਰ ਵੀ ਸਰ ਪੜ੍ਹਿਆ ਹੋਣਾ, ਕੋਈ ਪੰਚਾਇਤ ਨੇ ਉਹਨਾਂ ਨੇ ਵੀ ਕੋਈ ਫੈਸਲਾ ਕੀਤਾ ਕਿ ਅਸੀਂ ਇੱਥੇ ਨਹੀਂ, ਆਪਣੇ ਪਿੰਡ 'ਚ ਨਹੀਂ ਹੋਣ ਦੇਣਾ ਇਹਨਾਂ। ਇਹ ਤੁਹਾਨੂੰ ਇਸ ਚੀਜ਼ ਨੂੰ ਉਭਾਰਨਾ ਪੈਣਾ। ਹੁਣ ਮੈਂ ਆਪਣੇ ਪਿੰਡ ਹੋ ਕੇ ਆਇਆ ਪਿੱਛੇ, ਉੱਥੇ ਮੈਂ ਬੰਦਿਆਂ ਨਾਲ ਗੱਲ ਕੀਤੀ, ਕਹਿੰਦਾ ਭਾਜੀ ਇੱਥੇ ਹਾਲਾਤ ਉਹੀ ਨੇ ਜਿਹੜਾ ਪਹਿਲਾਂ ਸੀਗੇ, ਸਗੋਂ ਅੱਜ ਦੀ ਡੇਟ 'ਚ ਸ਼ਾਇਦ ਇੱਕ ਸਟੈਪ ਹੋਰ ਵੀ ਵਰਸ ਨਾ ਹੋ ਗਏ। ਜਨਾਨੀਆਂ ਹੁਣ ਡਰੱਗ ਪੈਡਲਰਸ ਬਣ ਰਹੀਆਂ ਨੇ ਜੀ, ਕਿੰਨੀ ਮਾੜੀ ਗੱਲ। ਬੱਚਿਆਂ ਨੂੰ ਕਹਿ ਰਹੇ ਨੇ ਕਿ ਇਹ ਮੈਨੂੰ ਸੁਣ ਚਾਹੀਏਗਾ ਕਿ ਬੱਚਿਆਂ ਨੂੰ ਕਹਿ ਰਹੇ ਨੇ ਕਿ ਤੂੰ ਜਾ ਕੇ 15 ਰੁਪਏ ਦੇ ਉਹਨੂੰ ਜਾ ਕੇ ਤੂੰ ਇਹ ਸਪਲਾਈ ਕਰਕੇ ਆ ਜਾ। ਕੀ ਹਾਲ ਤੁਸੀਂ ਬਣਾ ਲਿਆ ਕਿ ਹੋਰ ਕੋਈ ਕੰਮ ਦਾ ਵਸੀਲਾ ਨਹੀਂ ਤੁਸੀਂ ਇਹਨਾਂ ਕੋਲ ਛੱਡਿਆ ਕਿ ਤੁਸੀਂ ਇਹਨਾਂ ਨੂੰ ਡਰੱਗ ਟ੍ਰੇਡਰਸ ਇਹੋ ਜਿਹਾ ਕੰਮ ਕਰ ਰਹੇ ਨੇ। ਤੇ ਮੈਂ ਮੰਨ ਨਹੀਂ ਸਕਦਾ ਕਿ ਉੱਥੇ ਅਗਰ ਮੈਨੂੰ ਕੋਈ ਬੰਦੇ, ਜਦੋਂ ਮੈਂ ਪਿੰਡ ਘੱਟ ਵੱਧ ਜਾਂਦਾ, ਬਟ ਮੈਨੂੰ ਉੱਥੇ ਆ ਕੇ ਬੰਦੇ ਗੱਲ ਕਰਦੇ ਨੇ, ਤੇ ਜਿਹੜੇ ਲੋਕਲ ਉੱਥੇ ਐਮਐਲਏ ਹੈਗਾ ਜਾਂ ਉੱਥੇ ਲੋਕਲ ਜਿਹੜੇ ਕਾਉਂਸਲ ਜਾਂ ਬੰਦੇ ਨੇ ਜਾਂ ਪੁਲਿਸ ਵਾਲੇ ਨੇ, ਉਹਨਾਂ ਨੂੰ ਨਹੀਂ ਪਤਾ ਹੋਵੇਗਾ ਕਿ ਕੀ ਕੰਮ ਹੋ ਰਿਹਾ। ਬਿਲਕੁਲ। ਸੋ ਇਹ ਸਰਕਾਰ ਨੂੰ ਇਸ ਚੀਜ਼ ਦੇ ਉੱਤੇ ਬਿਲਕੁਲ ਐਂਡ ਸਖਤੀ ਨਾਲ, ਜਦ ਤੱਕ ਉਹ ਐਟਲੀਸਟ ਇਹ ਡਰੱਗਸ ਵਾਲੀ ਜਿਹੜੀ ਗੱਲ ਹੈ ਇਹ ਤੇ ਨਾ ਇਹ ਕਾਬੂ ਪਾਣਗੇ, ਤਦ ਤੱਕ ਤੇ ਫਿਰ ਤਾਂ ਤੁਹਾਡੀ ਜਿਹੜੀ ਨਸਲ ਤੇ ਹੈ ਹੀ ਹੈ, ਸਾਡੀ ਤੇ ਖਤਮ ਹੋ ਹੀ ਰਹੀ ਹੈ। ਤੁਹਾਨੂੰ ਪਤਾ ਹੀ ਹੈ ਕਿ ਵੀ ਕੀ ਹੋ ਰਿਹਾ ਜੀ। ਤੇ ਦੂਜੀ ਗੱਲ ਮੋਰ ਇੰਪੋਰਟੈਂਟਲੀ, ਜੇ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ ਤੇ ਇਹਨਾਂ ਨੂੰ ਇੰਡਸਟਰੀ ਤੇ ਇੱਥੇ ਲਿਆਣੀ ਪੈਣੀ ਹੈ। ਇੰਡਸਟਰੀ ਲਿਆਓ, ਸਰਵਿਸ ਸੈਕਟਰ ਲਿਆਓ, ਜੌਬਸ ਤੇ ਕ੍ਰੀਏਟ ਕਰਨੀਆਂ ਪੈਣੀਆਂ। ਤੇ ਹੁਣ ਜੌਬਸ ਕ੍ਰੀਏਸ਼ਨ ਲਈ ਹੁਣ ਪੈਸਾ ਕਿੱਥੋਂ ਆਏਗਾ? ਅੱਗੇ ਹੀ ਮੇਰੇ ਖਿਆਲ 3.5 ਲੱਖ ਰੁਪਏ ਕਰੋੜ ਤੇ ਸਾਡਾ ਕਰਜ਼ਾ ਹੋ ਗਿਆ। ਸੋ ਹੁਣ ਤੁਸੀਂ ਕਿੰਨਾ ਖੋਲੋਗੇ? ਹਾਂ, ਇਹ ਕਹਿੰਦੇ ਹੋਇਆ ਉਹ ਮੈਂ ਪੇਪਰ 'ਚ ਪੜ੍ਹ ਰਿਹਾ ਸੀਗਾ, ਅਸੀਂ ਪਹਿਲੇ 5 ਸਟੇਟਾਂ 'ਚ ਨਹੀਂ ਹੈਗੇ ਜਿਨ੍ਹਾਂ ਦਾ ਕਰਜ਼ਾ ਜ਼ਿਆਦਾ ਹੈ। ਜੀ ਸਾਡੇ ਤੋਂ ਵੀ ਜ਼ਿਆਦਾ ਲੈਣ ਵਾਲੇ, ਸਾਡੇ ਵੀ ਜ਼ਿਆਦਾ ਕਰਜ਼ਾਈ ਸਟੇਟਸ ਨੇ ਇੰਡੀਆ ਦੇ ਵਿੱਚ, ਬਟ 3.5 ਲੱਖ ਕਰੋੜ ਤਾਂ ਤੁਹਾਡਾ ਕਰਜ਼ਾ ਹੈ ਹੀ ਹੈ ਨਾ। ਜਿਹੜਾ ਪੰਜਾਬ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਹੋਵੇ, ਉਹ ਕਰਜ਼ਾਈ ਹੋ ਜਾਵੇ, ਇਹ ਆਪਣੇ ਆਪ ਦੇ ਵਿੱਚ ਵੀ ਚੀਜ਼ਾਂ ਹਜਮ ਨਹੀਂ ਹੁੰਦੀਆਂ ਵੀ ਇਦਾਂ ਦੇ ਹਾਲਾਤ। ਤੁਸੀਂ ਇਹ ਗੱਲ ਛੱਡੋ ਜੀ, ਤੁਸੀਂ ਐਸਜੀਪੀਸੀ ਦੀ ਗੱਲ ਕਰ ਲਓ, ਤੁਸੀਂ ਡੀਐਸਜੀਐਮਸੀ ਦੀ ਗੱਲ ਕਰ ਲਓ। ਹੁਣ ਉੱਥੇ ਉਹਨਾਂ ਨੂੰ ਆਪਣੇ ਟੀਚਰਾਂ ਨੂੰ ਤਨਖਾਹ ਦੇਣੀ ਨਹੀਂ ਹੈਗੀ, ਹੁਣ ਹਾਈ ਕੋਰਟ ਤੇ ਗਏ ਨੇ। ਸਾਨੂੰ ਇਹ ਚਿੰਤਾ ਪਈ ਹੋਈ ਹੈ ਕਿ ਇੰਨਾ ਵਧੀਆ ਇੱਕ ਕੌਮ ਦਾ ਇੱਕ ਇੰਸਟੀਟਿਊਸ਼ਨ ਬਣੀਆਂ ਹੋਈਆਂ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹੈ, ਉਹ ਹੁਣ ਅੱਜ ਉਹ ਕੋਰਟ 'ਚ ਉਹਨਾਂ ਟੀਚਰ ਚਲੀ ਗਈਆਂ ਨੇ। ਇਹ ਨਾ ਹੋਵੇ ਕਿ ਸਰਕਾਰ ਉਸ ਚੀਜ਼ ਨੂੰ, ਮੈਂ ਉਹਨਾਂ ਨੇ ਕਿਸੇ ਬੰਦਿਆਂ ਨਾਲ ਉੱਥੇ ਗੱਲ ਕੀਤੀ ਹੈ, ਮੈਂ ਕਿਹਾ ਉੱਥੇ ਇਕੱਠੇ ਹੋ ਕੇ ਕੋਈ ਫੈਸਲਾ ਤੇ ਕਰ ਲਓ, ਤੇ ਨਹੀਂ ਤਾਂ ਇਹਨਾਂ ਨੇ ਤੇ ਲੈ ਲੈਣੀਆਂ ਨੇ ਵਾਪਸ। ਸਾਡੀ ਕੌਮ ਦੀ ਇੱਕ ਵਧੀਆ ਚੀਜ਼ ਬਣਾਈ ਹੋਈ ਤੁਸੀਂ ਐਵੇਂ ਗਵਾ ਦੇਣੀ ਹੈ, ਕਿਉਂਕਿ ਤੁਸੀਂ ਆਪਸ ਵਿੱਚ ਤੁਸੀਂ ਲੜੀ ਜਾ ਰਹੇ ਹੋ ਕਿ ਜੀ ਇੰਨੇ ਬੰਦੇ ਨੇ ਕੀਤਾ ਸੀ, ਇੰਨੇ ਕੀਤਾ ਸੀਗਾ। ਤੇ ਇੱਕ ਦੂਜੇ ਨੂੰ ਬਲੇਮ ਕਰਨ ਤੋਂ ਛੱਡੋ, ਤੁਸੀਂ ਕੌਮ ਬਤੌਰ ਕੌਮ ਦੇ ਤੁਸੀਂ ਬੈਠ ਕੇ ਤੇ ਸੋਚੋ ਤਾਂ ਸਹੀ ਕਿ ਆਪਾਂ ਕਰਨਾ ਕੀ ਹੈ। ਸੋ ਇਹ ਪੋਲਿਟਿਕਸ ਨੂੰ ਆਪਾਂ ਨੂੰ ਇਹਨੂੰ ਛੱਡਣਾ ਚਾਹੀਦਾ। ਇੱਕ ਪੰਜਾਬ ਬਾਰੇ ਅਗਰ ਗੱਲ ਕਰੀਏ ਤੇ ਸਾਰੇ ਪੰਜਾਬੀਆਂ ਨੂੰ ਤੇ ਪੰਜਾਬ ਦੇ ਲੀਡਰਾਂ ਨੂੰ ਇਕੱਠੇ ਬੈਠ ਕੇ ਸੋਚਣਾ ਪੈਣਾ ਹੈ ਕਿ ਭਈ ਅਸੀਂ ਪੰਜਾਬ ਨੂੰ ਅਸੀਂ ਫਿਰ ਖੁਸ਼ਹਾਲ ਤੇ ਨੰਬਰ 1 ਸਟੇਟ ਕਿੱਦਾਂ ਬਣਾ ਸਕਦੇ। ਸਰ ਆਖਰੀ ਚੀਜ਼, ਜਿਸ ਤਰੀਕੇ ਨਾਲ ਕੇਂਦਰ ਸਰਕਾਰ ਤੇ ਵੀ ਇੱਕ ਕਿੰਤੂ ਰਹਿੰਦਾ ਕਿ ਹਮੇਸ਼ਾ ਇੱਕ ਮਤਰੇਈ ਮਾਂ ਵਾਲਾ ਹਿਸਾਬ ਪੰਜਾਬ ਨਾਲ ਹੁੰਦਾ, ਲੱਗਦਾ ਕਿ ਉਹ ਵੀ ਬੜੀ ਵੱਡੀ ਚਿੰਤਾ ਹੈ ਕਿ ਸਾਡੇ ਲਈ ਚੁਣੌਤੀ ਆ ਉਹ। ਦੇਖੋ ਗੱਲ ਇਦਾਂ ਹੈ ਕਿ ਕੇਂਦਰ ਸਰਕਾਰ ਨੇ, ਮੈਂ ਤੁਹਾਨੂੰ ਗੱਲ ਦੱਸਾਂ, ਮੇਰੇ ਕਜ਼ਨ ਮਾਮਾ ਜੀ ਸੀਗੇ ਮਦਰਾਸ ਵਿੱਚ, ਪੀਬੀਐਸ ਨਾਲ ਕੰਮ ਕਰਦੇ ਸੀਗੇ, ਹੁਣ ਤਾਂ ਰਹੇ ਨਹੀਂ। ਉਹ ਮੈਨੂੰ ਕਹਿੰਦੇ ਸੀ, ਕਹਿੰਦੇ ਗੁਰਪ੍ਰੀਤ ਤੁਹਾਨੂੰ ਪਤਾ ਹੈ ਕਿ ਇੱਥੇ ਜਿਹੜੀ ਆਟੋ ਇੰਡਸਟਰੀ ਆਈ ਹੈ ਮਦਰਾਸ ਵਿੱਚ,
ਇਹ ਗਵਰਨਮੈਂਟ ਨੇ ਨਹੀਂ ਲਿਆਂਦੀ ਜੀ, ਇਹ ਬੰਦਿਆਂ ਨੇ ਗਵਰਨਮੈਂਟ ਨੂੰ ਕਿਹਾ ਇੱਥੇ ਲੈ ਕੇ ਆਓ। ਸੋ ਸਾਡੇ ਬੰਦਿਆਂ ਦੇ ਵਿੱਚ ਅਗਰ ਉਹ ਫਿਰ ਤੋਂ ਉਹ ਚੀਜ਼ ਆ ਜਾਏ ਕਿ ਸਾਨੂੰ ਇਹ ਚਾਹੀਦੀ ਹੈ, ਇਹ ਸਾਨੂੰ ਇੱਥੇ ਕੰਮ ਚਾਹੀਦਾ ਹੈ, ਸਾਨੂੰ ਦਿਓ, ਤੁਸੀਂ ਸਾਨੂੰ ਕੀ ਦਿੰਦੇ ਹੋ ਜੀ। ਇਹੀ ਗੱਲ ਮੈਂ ਆਪਣੇ ਪਿੰਡ ਵਾਲਿਆਂ ਨੂੰ ਵੀ ਕਹਿ ਰਿਹਾ ਤੇ ਗ੍ਰਾਮ ਸਭਾ ਕੇ ਵੀ ਗ੍ਰਾਮ ਸਭਾ ਉਜਾਗਰ ਕਰੋ, ਪਿੰਡ ਵਾਸੀ ਤੁਸੀਂ ਉੱਥੋਂ ਤੁਸੀਂ ਗਵਰਨੈਂਸ ਦੀ ਗੱਲ ਕਰੋ ਕਿ ਸਾਨੂੰ ਚਾਹੀਦਾ ਕੀ ਹੈ ਜੀ, ਅਸੀਂ ਕਿੱਦਾਂ ਅਸੀਂ EMPLOY ਹੋ ਸਕਦੇ ਹਾਂ, ਠੀਕ ਹੈ ਨਾ। ਆ ਮਨਰੇਗਾ ਦੀ ਗੱਲ ਆ ਗਈ, ਕਈ ਤੇ ਮਨਰੇਗਾ ਦੇ ਫੰਡਸ ਹੀ ਅਜਾਈ ਚਲੇ ਜਾਂਦੇ ਨੇ, ਉਹਨਾਂ ਨੂੰ ਤਾਂ ਵਰਤੋ, ਹੋਰ ਬਥੇਰੇ ਫੰਡਸ ਨੇ। ਮੈਂ ਪਿੱਛੇ ਬੈਠਾ ਸੀਗਾ, ਕੋਈ ਸਾਡੇ ਵੀਰ ਸੀਗੇ ਡਿਪਟੀ ਡਾਇਰੈਕਟਰ SIRD ਦੇ, ਸਟੇਟ ਇੰਸਟੀਚਿਊਟ ਆਫ ਰੂਰਲ ਡਿਵੈਲਪਮੈਂਟ ਦੇ, ਉਹ ਸਾਨੂੰ ਦੱਸਦੇ ਕਹਿੰਦੇ ਸਰਕਾਰ ਦੀਆਂ, ਸੈਂਟਰਲ ਸਰਕਾਰ ਦੀਆਂ ਤਕਰੀਬਨ 150 ਸਕੀਮਾਂ ਨੇ ਜਿਹੜੇ ਕਿ ਪਿੰਡ ਵਾਲਿਆਂ ਲਈ ਅਵੇਲੇਬਲ ਨੇ ਜੀ, ਤੁਸੀਂ ਸਾਨੂੰ ਦੱਸੋਗੇ ਕਿਹੜੀ ਪੰਚਾਇਤ ਉਹਨੂੰ ਇਸਤੇਮਾਲ ਕਰਦੀ ਹੈ, ਕਹਿੰਦੇ ਉਹ ਪੈਸੇ ਸਾਡੇ ਕੋਲ ਅਜਾਈ ਰਹਿੰਦੇ ਨੇ। ਸੋ ਇਹ ਕੰਮ ਹੈਗਾ, ਤੁਸੀਂ ਬੰਦਿਆਂ ਨੂੰ ਮਤਲਬ ਕਰਪਸ਼ਨ ਨੂੰ ਕੰਟਰੋਲ ਕਰੋ, ਉਹ ਜਿਹੜਾ ਹੈਗਾ ਉੱਥੇ ਤੁਸੀਂ ਬੰਦਿਆਂ ਦੀ ਤੁਸੀਂ ਇਨਵੋਲਵਮੈਂਟ ਕਰੋ ਤਾਂ ਕਿ ਬੰਦਿਆਂ ਨੂੰ ਰੋਜ਼ਗਾਰੀ ਦਿਓ। ਜਦੋਂ ਬੰਦਾ ਜਿਹੜਾ 4 ਪੈਸੇ ਕਮਾਉਣ ਵਾਲਾ ਹੋ ਜਾਊਗਾ ਜਾਂ ਹੋ ਜਾਏਗੀ ਤੇ ਉਹਨੇ ਕਿਉਂ ਇਸ ਪਾਸੇ ਸੋਚਣਾ ਕਿ ਵੀ ਮੈਂ ਬਾਹਰ ਜਾਣਾ ਹੈ ਜਾਂ ਇਹ ਕਰਨਾ, ਆਪਣੇ ਘਰੇ ਬੈਠੇ ਉਹਨਾਂ ਨੂੰ ਰੋਟੀ ਮਿਲ ਰਹੀ ਹੈ, ਸਾਰਾ ਕੁਝ ਘਰੇ ਹੋ ਰਿਹਾ ਤੇ ਤੁਸੀਂ ਐਵੇਂ ਤੁਸੀਂ ਮਤਲਬ ਇਹ ਬਥੇਰਾ ਕੁਝ ਹੋ ਸਕਦਾ ਹੈ। ਨੀਅਤ ਵੀ ਚਲੋ ਮੈਂ ਕਹਿੰਦਾ, ਬਟ ਨੀਤੀ ਜਿਹੜੀ ਹੈ ਨਾ ਇਹਨੂੰ ਅਪਣਾਉਣ ਦੀ ਗੱਲ ਹੈ, ਨੀਤੀ ਕਾਇਮ ਕਰੋ ਕਿ ਵੀ ਇਦਾਂ ਅਸੀਂ ਇਦਾਂ ਕੰਮ ਕਰਨਾ ਹੈ, ਉਹਦੀ ਪੂਰੀ ਰਿਪੋਰਟਾਂ ਲਓ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬੜਾ ਵਧੀਆ GOG ਦਾ ਚੀਜ਼ ਛੱਡੀ ਸੀਗੀ, ਗਾਰਡੀਅਨਸ ਆਫ ਗਵਰਨੈਂਸ, ਠੀਕ ਹੈ। ਉਹ ਐਕਸ ਸਰਵਿਸਮੈਨ ਨੂੰ ਚਲੋ ਨੌਕਰੀਆਂ ਵੀ ਮਿਲ ਗਈਆਂ ਕਿ ਹਰ ਇੱਕ ਪਿੰਡ ਜਾ ਕੇ ਜੀ ਪਤਾ ਕਰੋ ਕਿ ਪਿੰਡ ਵਾਲਿਆਂ ਨੂੰ ਕੀ ਚਾਹੀਦਾ। ਉਹਦਾ ਮੈਂ ਜਦੋਂ ਉਹਨਾਂ ਨੇ ਸ਼ੁਰੂਆਤ ਕੀਤੀ ਮੈਂ ਉਹਦੀ ਇੰਨੀ ਪ੍ਰਸ਼ੰਸਾ ਕੀਤੀ, ਮੈਂ ਕਿਹਾ ਇਹ ਸਭ ਤੋਂ ਵਧੀਆ ਸਕੀਮ, ਬਟ ਉਹਦੇ ਤੇ ਕੋਈ ਅਮਲ ਹੀ ਨਹੀਂ ਹੋਇਆ। ਬਾਅਦ ਚ ਕੋਈ ਪਤਾ ਨਹੀਂ ਲੱਗਿਆ ਕਿ ਵੀ ਕੀ ਉਹਨਾਂ ਨੂੰ ਸਲਾਹਾਂ ਦਿੱਤੀਆਂ, ਕੀ ਰਿਪੋਰਟਾਂ ਦਿੱਤੀਆਂ, ਕੀ ਉਹਨਾਂ ਨੇ ਉਹਦੇ ਤੇ ਅਮਲ ਕੀਤਾ ਨਹੀਂ ਕੀਤਾ। ਸੋ ਇਹ ਅਗਰ ਤੁਸੀਂ ਇੱਥੋਂ ਨਹੀਂ ਕਰ ਸਕਦੇ, ਤੁਸੀਂ ਗ੍ਰਾਮ ਸਭਾ ਨੂੰ ਤੁਸੀਂ ਮਜ਼ਬੂਤ ਕਰੋ, ਬਿਲਕੁਲ ਤੁਸੀਂ ਉਹਨਾਂ ਨੂੰ ਮਜ਼ਬੂਤ ਕਰੋ, ਉਹਨਾਂ ਨੂੰ ਦੱਸੋ ਕਿ ਵੀ ਆਹ ਤੁਹਾਡੇ ਕੋਲ ਹੈਗੀਆਂ ਨੇ। ਤੇ ਮੈਨੂੰ ਇਹ ਵੀਰ ਕਹਿੰਦਾ ਸੀਗਾ, ਕਹਿੰਦੇ ਸਾਡੇ ਕੋਲ ਇਹ ਵੀ ਬਜਟ ਹੈ ਕਿ ਅਸੀਂ ਲੋਕਾਂ ਨੂੰ, ਅਸੀਂ ਪੰਚਾਇਤਾਂ ਨੂੰ ਤੇ ਗ੍ਰਾਮ ਸਭਾ ਵਾਲਿਆਂ ਨੂੰ ਜਾ ਕੇ ਅਸੀਂ ਉਹਨਾਂ ਨੂੰ ਐਜੂਕੇਟ ਵੀ ਕਰੀਏ, ਉਹਦੇ ਲਈ ਵੀ ਸਾਡੇ ਕੋਲ ਪੈਸੇ ਬਜਟ ਹੈ। ਸੋ ਇਹ ਸਾਰੀ ਚੀਜ਼ਾਂ ਹੈਗੀਆਂ, ਸਾਨੂੰ ਇਹਨਾਂ ਨੂੰ ਇਸਤੇਮਾਲ ਕਰਨਾ ਪੈਣਾ, ਨਹੀਂ ਤੇ ਪੰਜਾਬ ਦਾ ਹਾਲ ਜਿੱਦਾਂ ਤੁਸੀਂ ਕਹਿ ਰਹੇ ਹੋ ਉਹ ਤੇ ਮਾੜਾ ਹੋਣਾ ਹੀ ਹੋਣਾ ਹੈ। ਬੱਚੇ ਸਾਡੇ ਇੱਥੋਂ ਜਿਹੜੇ ਜਾ ਸਕਦੇ ਨੇ ਚਲੇ ਜਾਣਗੇ, ਉੱਥੇ ਜਾ ਕੇ ਪਤਾ ਨਹੀਂ ਕੀ ਕਰਦੇ ਨੇ ਜਾਂ ਕੀ ਕਰ ਰਹੇ ਨੇ ਵਿਚਾਰੇ। ਮੈਂ ਨਹੀਂ ਕਹਿੰਦਾ ਕਿ ਸਾਰੇ, ਬਟ ਕਾਫੀ ਵੱਡਾ ਤਬਕਾ ਹੈਗਾ ਪਰਸੈਂਟੇਜ, ਮੈਂ ਨਹੀਂ ਕਹਿੰਦਾ ਚਲੋ ਕਾਫੀ ਵੀ ਨਾ ਹੋਵੇ, ਬਟ ਹੈਗਾ ਤਬਕਾ ਜਿਹੜਾ ਕਿ ਗਲਤ ਪਾਸੇ ਵੀ ਤੁਰ ਪਿਆ। ਕਿਉਂਕਿ ਜਦੋਂ ਢਿੱਡ ਦਾ, ਉਹ ਤਾਂ ਖਬਰਾਂ ਆਉਂਦੀਆਂ ਨੇ, ਕੁਝ ਅਸੀਂ ਜੇ ਇਸ ਗੱਲ ਤੋਂ ਗੁਰੇਜ਼ ਨਾ ਕਰੀਏ, ਕੁਝ ਦੇਹ ਵਪਾਰ ਵਾਲੇ ਪਾਸੇ ਪੈ ਗਏ, ਕੁਝ ਡਰੱਗ ਵਾਲੇ ਪਾਸੇ ਪੈ ਗਏ ਨੇ, ਡਰੱਗ ਦਾ ਕਾਰੋਬਾਰ ਕਰ ਰਹੇ। ਉਹੀ ਮੈਂ ਕਹਿ ਰਿਹਾ। ਸੋ ਇਹਨਾਂ ਚੀਜ਼ਾਂ ਨੂੰ ਸਾਨੂੰ ਫਿਕਰਮੰਦ ਹੋਣਾ ਚਾਹੀਦਾ ਜੀ, ਫਿਕਰਮੰਦ ਹੋਣਾ ਚਾਹੀਦਾ ਕਿ ਵੀ ਇਹਨਾਂ ਦਾ ਹੱਲ ਕੀ ਹੈ, ਕਿ ਇਹਦਾ ਹੱਲ ਕੀ ਹੈ। ਬਹੁਤ ਸ਼ੁਕਰੀਆ ਸਰ, ਤੁਸੀਂ ਸਮਾਂ ਦਿੱਤਾ, ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਸੋ ਇਹ ਸਨ ਗੁਰਪ੍ਰੀਤ ਸਿੰਘ ਜੀ, ਜਿਨ੍ਹਾਂ ਨਾਲ ਤਮਾਮ ਵਿਸ਼ੇ ਤੇ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਬੜੇ ਬੇਬਾਕ ਢੰਗ ਨਾਲ ਤੇ ਬੜੀਆਂ ਬਰੀਕ ਚੀਜ਼ਾਂ ਇਹਨਾਂ ਨੇ ਦੱਸੀਆਂ ਕਿ ਕਿਸ ਤਰੀਕੇ ਨਾਲ ਕਿੱਥੇ ਕੁਤਾਹੀਆਂ ਵਰਤੀਆਂ ਗਈਆਂ, ਸਰਕਾਰਾਂ ਦੀਆਂ ਨੀਤੀਆਂ 'ਚ ਕਿੱਥੇ ਕਮੀ ਰਹੀ ਹੈ। ਵਿਜ਼ਨ ਜਿਹੜਾ ਹੁੰਦਾ ਉਹ ਬਹੁਤ ਜ਼ਰੂਰੀ ਹੁੰਦਾ ਕਿਸੇ ਵੀ ਸਟੇਟ ਲਈ, ਪਰ ਵਿਜ਼ਨਰੀ ਆਗੂ ਸ਼ਾਇਦ ਸਾਨੂੰ ਨਹੀਂ ਮਿਲੇ, ਇਸੇ ਕਰਕੇ ਸਾਡੀ ਦਿੱਕਤ ਰਹੀ ਹੈ ਕਿ ਜੇ ਸਾਨੂੰ ਚੰਗਾ ਕੋਈ ਸਟੇਟਸਮੈਨ ਮਿਲਦਾ ਤਾਂ ਸ਼ਾਇਦ ਪੰਜਾਬ ਦੀ ਇਹ ਹਾਲਤ ਨਾ ਹੁੰਦੀ ਕਿ ਇੱਥੇ ਦਾ ਨੌਜਵਾਨ ਜਿਹੜਾ ਜਿਸ ਤਰੀਕੇ ਨਾਲ ਨਸ਼ੇ 'ਚ ਗਰਕ ਰਿਹਾ ਹੈਗਾ ਜਾਂ ਬੇਰੁਜ਼ਗਾਰ ਹੋ ਕੇ ਭੁੱਖਾ ਮਰਨ ਲਈ ਮਜਬੂਰ ਹੋਇਆ ਪਿਆ ਜਾਂ ਵਿਦੇਸ਼ਾਂ ਦਾ ਰੁਖ ਕਰ ਰਿਹਾ, ਤਾਂ ਇਦਾਂ ਦੇ ਹਾਲਾਤ ਨਾ ਬਣਦੇ। ਫਿਲਹਾਲ ਹਾਲੇ ਵੀ ਬਹੁਤ ਸਾਰੀਆਂ ਸੰਭਾਵਨਾਵਾਂ ਨੇ ਪੰਜਾਬ ਦੇ ਕੋਲ, ਕਿਉਂਕਿ ਪੰਜਾਬ ਹਾਲੇ ਵੀ ਬਹੁਤ ਸਾਰੀਆਂ ਸਟੇਟਾਂ ਤੋਂ ਅੱਗੇ ਹੈਗਾ। ਤਾਂ ਹੋ ਸਕਦਾ ਕਿ ਜੇ ਇੱਕ ਚੰਗੀ ਨੀਅਤ ਤੇ ਨੀਤੀ ਦੇ ਨਾਲ ਪੰਜਾਬ ਦੇ ਰੁਜ਼ਗਾਰ ਦੇ ਮੌਕੇ ਹੋਣ ਜਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਜਿਹੜੀ ਆ ਉਹਨੂੰ ਸੰਭਾਲਣ ਦੀ ਕੋਸ਼ਿਸ਼ ਹੋਵੇ ਤਾਂ ਬਹੁਤ ਸਾਰੀਆਂ ਚੀਜ਼ਾਂ ਚੰਗੀਆਂ ਹੋ ਸਕਦੀਆਂ ਨੇ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕਮੈਂਟ, ਆਪਣੇ ਟਿੱਪਣੀਆਂ ਜ਼ਰੂਰ ਸਾਂਝੇ ਕਰੋ। ਤੁਹਾਡੇ ਤੋਂ ਅਗਲੇ ਨਹੀਂ ਹੈ। ਬਹੁਤ ਬਹੁਤ ਧੰਨਵਾਦ।